ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਗੁਰਮੁਖ ਪਰਚੈ ਅੰਤਰ ਵਿਦ ਜਾਨੀ। ਗੁਰਮੁਖ ਪਾਈਐ ਲਖ ਅਪਾਰ, ਨਾਨਕ ਗੁਰਮੁਖ ਮੁਕਤ ਦੁਆਰ। ਗੁਰਮੁਖ ਕਥ ਕਥੈ ਵਿਚਾਰ, ਗੁਰਮੁਖ ਨਿਭੈ ਸਭ ਪਰਵਾਰ। ਗੁਰਮੁਖ ਜਪਿਐ ਅੰਤਰ ਪਿਆਰ, ਗੁਰਮੁਖ ਪਾਈਐ ਸ਼ਬਦ ਆਚਾਰ। ਸ਼ਬਦ ਭੇਦ ਜਾਣੈ ਜਾਣਾਈ, ਨਾਨਕ ਹਉਮੈ ਜਾਲ ਸਮਾਈ। ਗੁਰਮੁਖ ਧਰਤੀ ਸਾਚੈ ਸਾਜੀ, ਤਿਸਮੈ ਓਪਤ ਖਪਤ ਸੋ ਬਾਜੀ। ਗੁਰ ਕੈ ਸ਼ਬਦ ਰਪੈ ਰੰਗ ਲਾਏ, ਸਾਚ ਰਤੋ ਪਤ ਸਿਉ ਘਰ ਜਾਏ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ, ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ। ਗੁਰਮੁਖ ਅਸ਼ਟ ਸਿਧੀ ਸਭ ਬੁੱਧੀ, ਗੁਰਮੁਖ ਭਵਜਲ ਤਰੀਐ ਸਚ ਸੁਧੀ। ਗੁਰਮੁਖ ਸਰ ਅਫਸਰ ਵਿਦ ਜਾਣੈ, ਗੁਰਮੁਖ ਪਰਵਿਰਤ ਨਰਵਿਰਤ ਪਛਾਣੈ। ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਗੁਰਮੁਖ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖ ਸ਼ਬਦ ਨਿਸਤਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਤੇ ਗੁਰਬਾਣੀ ਵਿਚਾਰਦੇ ਗੁਰਮੁਖ ਸੱਜਣੋ। ਇਹ ਗੁਰਮੁਖ ਦੀ ਵਿਚਾਰ ਚੱਲ ਰਹੀ ਹੈ। 4-5 ਪਦੇ ਅੱਗੇ ਫੇਰ 2 ਵਾਰ ਕਈ ਪਦੇ ਗੁਰਮੁਖ ਦੇ ਉੱਤੇ ਲਗਾਏ ਗੁਰੂ ਸਾਹਿਬ ਨੇ। ਗੁਰਮੁਖ ਨੂੰ ਬਿਆਨਣ ਖਾਤਰ ਗੁਰਮੁਖ ਕੌਣ ਹੁੰਦਾ। ਗੁਰਮੁਖ ਗੁਰਬਾਣੀ ਅਨੁਸਾਰ ਸੰਤ ਦਾ ਦੂਜਾ ਨਾਂ ਹੈ। ਬਹੁਤ ਮਹਿਮਾ ਗਾਈ ਹੈ ਗੁਰਮੁਖ ਦੀ ਗੁਰੂ ਸਾਹਿਬ ਨੇ। ਭਾਵੇਂ ਅਸੀਂ ਇਹਨੂੰ ਬਹੁਤ ਥੋੜ੍ਹਾ ਜਿਹਾ ਹੇਠਾਂ ਲੈ ਲਿਆ, ਇਹਦੀ ਅਸਲੀ ਇਹਦਾ ਅਸਲੀ ਗੌਰਵ ਹੈ, ਗਰਮਾ ਹੈ ਜਿਹੜੀ ਗੁਰਮੁਖ ਦੀ। ਅਸੀਂ ਹਰ ਬੰਦੇ ਨੂੰ ਗੁਰਮੁਖ ਆਖ ਦਿੰਦੇ ਹਾਂ, ਪਰ ਗੁਰਮੁਖ ਤਾਂ ਬਹੁਤ ਉੱਚੀ ਅਵਸਥਾ ਵਾਲੇ ਮਹਾਂਪੁਰਸ਼ ਨੂੰ ਕਿਹਾ ਜਾਂਦਾ ਹੈ। ਪਾਤਸ਼ਾਹ ਫਰਮਾ ਰਹੇ ਹੈ, ਗੁਰਮੁਖ ਪਰਚੈ ਵੇਦ ਵਿਚਾਰੀ, ਗੁਰਮੁਖ ਪਰਚੈ ਤਰੀਐ ਤਾਰੀ। ਇਹ ਗੁਰਮੁਖ ਦੇ ਖੱਖੇ ਨੂੰ ਸਿਹਾਰੀ ਲੱਗੀ ਹੋਣ ਕਰਕੇ ਇਹ ਗੁਰਮੁਖ ਦੇ ਰਾਹੀਂ, ਗੁਰੂ ਦੇ ਰਾਹੀਂ ਇਸ ਤਰ੍ਹਾਂ ਦੀ ਵਿਚਾਰ ਹੈ। ਹਾਲਾਂਕਿ ਦੂਜੇ ਤਰ੍ਹਾਂ ਵੀ ਗੁਰਮੁਖ ਆਉਂਦਾ ਗੁਰਬਾਣੀ 'ਚ, ਗੁਰਮੁਖਾਂ ਖਾਤਰ ਵੀ ਸ਼ਬਦ ਸਿਹਾਰੀ ਨਾਲ, ਕਿਤੇ ਕਿਤੇ ਖੱਖੇ ਨੂੰ ਔਂਕੜ ਨਾਲ ਵੀ ਆਉਂਦਾ। ਗੁਰਮੁਖ ਦੇ ਗੁਰੂ ਦੇ ਰਾਹੀਂ, ਗੁਰਮੁਖ ਦੇ ਰਾਹੀਂ ਬੰਦਾ ਅਗਰ ਪਰਚੈ, ਉਹਨੂੰ ਨਿਸ਼ਾ ਹੋ ਜਾਵੇ। ਜਿਵੇਂ ਵੇਦ ਵਿਚਾਰਾਂ ਕਰਕੇ ਲੋਕ ਨਿਸ਼ਾ ਟੋਲਦੇ ਹੈ, ਉਹ ਵਿਚਾਰਾਂ ਭਾਈ ਗੁਰੂ ਦੇ ਰਾਹੀਂ ਮਿਲਣੀਆਂ। ਗੁਰਮੁਖ ਪਰਚੈ ਤਰੀਐ ਤਾਰੀ, ਜਿਹੜਾ ਗੁਰੂ ਦੇ ਵਿੱਚ ਪਰਚ ਗਿਆ, ਗੁਰੂ ਦੇ ਗਿਆਨ ਨੂੰ ਜਿਹਨੇ ਮੰਨ ਲਿਆ, ਉਪਦੇਸ਼ ਨੂੰ ਮੰਨ ਲਿਆ, ਉਹ ਇਹ ਭਵਜਲ ਤੋਂ ਤਰ ਕੇ ਪਾਰ ਲੰਘ ਜਾਂਦਾ। ਗੁਰਮੁਖ ਪਰਚੈ ਸੋ ਸ਼ਬਦ ਗਿਆਨੀ, ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਂਦਾ ਹੈ, ਪਰਚ ਜਾਂਦਾ ਹੈ, ਜਿਹਦਾ ਨਿਸ਼ਚਾ ਹੋ ਜਾਂਦਾ ਹੈ, ਉਹ ਸ਼ਬਦ ਦੇ ਰਾਹੀਂ ਗਿਆਨੀ ਬਣ ਜਾਂਦਾ। ਇਹ ਗੁਰੂ ਔਰ ਸ਼ਬਦ 2 ਚੀਜ਼ਾਂ ਗੁਰਬਾਣੀ 'ਚ ਵਾਰ-ਵਾਰ ਆ ਰਹੀਆਂ। ਗੁਰੂ ਦੇ ਨਾਲ, ਗੁਰੂ ਦੀ ਆਭਾ ਵਿੱਚ ਜਾ ਕੇ ਹੰਕਾਰ ਟੁੱਟ ਜਾਂਦਾ ਅਤੇ ਗੁਰੂ ਅੱਗੇ ਸ਼ਬਦ ਨਾਲ ਜੋੜ ਦਿੰਦਾ, ਜਿਹਦੇ ਨਾਲ ਹਉਮੈ ਟੁੱਟ ਕੇ ਪੂਰੀ ਤਰ੍ਹਾਂ, ਬਰੀਕ ਤੋਂ ਬਰੀਕ ਵੀ ਟੁੱਟ ਕੇ ਨਾਮ ਦਾ ਪ੍ਰਕਾਸ਼ ਹੋ ਜਾਂਦਾ। ਉਸੇ ਨੂੰ ਸ਼ਬਦ ਗਿਆਨੀ ਕਿਹਾ ਜਾਂਦਾ। ਗੁਰਮੁਖ ਪਰਚੈ ਅੰਤਰ ਵਿਦ ਜਾਨੀ, ਜਿਹੜਾ ਗੁਰੂ ਦੇ ਅਨੁਸਾਰੀ ਹੋ ਜਾਏਗਾ, ਉਹ ਅੰਦਰ ਦੀ ਵਿਧੀ ਨੂੰ ਜਾਣ ਲਏਗਾ। ਸੰਸਾਰ ਬਾਹਰ ਦੀਆਂ ਵਿਧੀਆਂ ਕਰਨ ਲੱਗਿਆ, ਗੁਰਮੁਖ ਅੰਦਰ ਦੀ ਵਿਧੀ ਸਮਝਾਉਂਦਾ ਹੈ। ਗੁਰਮੁਖ ਪਾਈਐ ਲਖ ਅਪਾਰ, ਗੁਰੂ ਦੇ ਰਾਹੀਂ ਇਸ ਗੱਲ ਦਾ ਪਤਾ ਲੱਗੂ, ਗੁਰਮੁਖ ਦੇ ਰਾਹੀਂ ਇਸ ਗੱਲ ਦਾ ਪਤਾ ਲੱਗੂ ਵੀ ਪਰਮਾਤਮਾ ਅਲੱਖ ਹੈ, ਅਪਾਰ ਹੈ। ਪਰ ਉਹ ਲਖਿਆ ਵੀ ਜਾ ਸਕਦਾ ਹੈ, ਉਹਨੂੰ ਪਾਇਆ ਵੀ ਜਾ ਸਕਦਾ, ਉਹਦੇ ਵਿੱਚ ਭੇਦ ਅਭੇਦ ਹੋ ਜਾਈਦਾ। ਨਾਨਕ ਗੁਰਮੁਖ ਮੁਕਤ ਦੁਆਰ, ਗੁਰਮੁਖ ਤੋਂ ਹੀ ਸਮਝ ਆਏਗੀ ਇਸ ਗੱਲ ਦੀ ਬਈ ਮੁਕਤੀ ਦਾ ਦੁਆਰਾ ਕਿਹੜਾ ਹੈ। ਦੁਨੀਆਵੀ ਮੁਕਤੀਆਂ ਬਹੁਤ ਹੈ, ਸੰਸਾਰੀ ਮੁਕਤੀਆਂ ਕਈ ਧਰਮਾਂ ਦੇ ਵਿੱਚ ਹੈ, ਪਰ ਗੁਰਮੁਖ ਦੀ ਮੁਕਤੀ ਰੂਹਾਨੀ ਹੈ। ਪਹਿਲਾ ਵਿਚਾਰ ਹੋਲੀ ਇਸ ਗੱਲ ਦੇ ਉੱਤੇ।
ਵੇਦ ਵਿਆਸ ਦੀ ਮੁਕਤੀ ਔਰ ਗੁਰਬਾਣੀ ਦੀ ਮੁਕਤੀ ਇਹ ਰੂਹਾਨੀ ਮੁਕਤੀਆਂ ਹੈ। ਇਹ ਕੇਵਲ ਦੁੱਖਾਂ ਦੀ ਨਿਵਰਤੀ ਤੱਕ ਸੀਮਿਤ ਨਹੀਂ ਹੈ, ਇਹ ਪਰਮਾਤਮਾ ਨੂੰ ਪਾਉਣ ਤੱਕ ਦੀ ਬਾਤ ਕਰਦੀਆਂ। ਜਿਵੇਂ ਟੀਕਾ ਲਗਾਏ ਤੋਂ ਦੁੱਖ ਸੁੰਨ ਹੋ ਜਾਂਦਾ, ਕੁਛ ਚਿਰ ਖਾਤਰ ਆਰਾਮ ਆ ਜਾਂਦਾ, ਲੇਕਿਨ ਫਿਰ ਦੁੱਖ ਹੋ ਜਾਂਦਾ। ਤੋ ਪੱਕੀ ਤਰ੍ਹਾਂ ਦੁੱਖ ਨੂੰ ਕੱਢਣਾ ਅੰਦਰੋਂ ਪਰਚ ਕੇ ਗੁਰੂ ਦੇ ਸ਼ਬਦ ਦੇ ਨਾਲ, ਉਹ ਮੁਕਤੀ ਜਿਹਦੇ ਨਾਲ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਈਦਾ। ਗੁਰਮੁਖ ਕਥ ਕਥੈ ਵਿਚਾਰ, ਗੁਰੂ ਦੇ ਰਾਹੀਂ ਹੀ ਸਾਨੂੰ ਜਿਹੜੀ ਇਕੱਥ ਕਥਾ ਹੈ ਉਹਦੀ ਵਿਚਾਰ ਆਉਂਦੀ ਹੈ। ਆਪਾਂ ਫਿਰ ਇਕੱਥ ਨੂੰ ਕੱਥ ਸਕਦੇ ਹਾਂ ਜੇ ਗੁਰੂ ਮਿਹਰ ਕਰ ਦੇਵੇ ਤਾਂ, ਅਗਰ ਗੁਰਮੁਖ ਦੇ ਨਾਲ ਜੁੜ ਜਾਈਏ ਤਾਂ। ਇਹ ਵਿਚਾਰ ਨੂੰ ਕਥ ਕੇ ਵਿਚਾਰ ਕੇ ਹੀ ਜਿਹੜੀ ਇਕੱਥ ਕਥਾ ਹੈ ਉਹ ਕਥੀ ਜਾਂਦੀ। ਗੁਰਮੁਖ ਨਿਵ ਹੈ ਸਭ ਪਰਿਵਾਰ, ਗੁਰੂ ਦੇ ਰਾਹੀਂ ਹੀ ਸਾਰੇ ਪਰਿਵਾਰ ਦਾ ਉਧਾਰ ਕਰ ਲਈਦਾ। ਜਿਹਨੂੰ ਕਬੀਰ ਜੀ ਫਰਮਾਉਂਦੇ, ਨਿੰਦਕ ਡੂਬਾ ਹਮ ਉਤਰੇ ਪਾਰ, ਕਹੋ ਕਬੀਰ ਗੁਰ ਗਜ ਸ਼ਿਵ ਸਭ ਕੋ ਜਾਣੈ, ਮੂਆ ਕਬੀਰ ਰਮਤ ਸ੍ਰੀ ਰਾਮੈ। ਸਾਰੇ ਪਰਿਵਾਰ ਨੂੰ ਲੈ ਕੇ ਆਪਣੇ ਕਬੀਰ ਜੀ ਪਰਮਾਤਮਾ ਦੇ ਦਰ ਤੇ ਚਲੇ ਗਏ। ਗੁਰਮੁਖ ਜਪੀਐ ਅੰਤਰ ਪਿਆਰ, ਅੰਦਰ ਤੋਂ ਪਿਆਰ ਦੇ ਨਾਲ ਕਿਵੇਂ ਜਪਣਾ ਇਹ ਗੁਰੂ ਤੋਂ ਸਮਝ ਆਉਂਦੀ ਹੈ, ਗੁਰਮੁਖ ਤੋਂ ਸਮਝ ਆਉਂਦੀ ਹੈ। ਸਾਧ ਸੰਗਤ ਜੀ, ਜਿੱਥੇ ਗੁਰੂ ਦਾ ਵਾਸਾ ਹੋ ਗਿਆ, ਅੰਦਰ ਨਾਮ ਦੇ ਦਿੱਤਾ ਉਹਨੇ, ਪ੍ਰਕਾਸ਼ ਕਰ ਦਿੱਤਾ, ਉਹ ਗੁਰਮੁਖ ਬਹੁਤ ਉੱਚੀ ਅਵਸਥਾ ਵਾਲਾ ਹੁੰਦਾ। ਕਈ ਸਾਡੇ ਵਿਦਵਾਨ ਪੁਰਸ਼ ਸੋ ਕਾਲਡ ਅੱਜ ਕੱਲ੍ਹ ਦੇ ਗੁਰਮੁਖ ਦੀ ਜਿਹੜਾ ਕੰਸੈਪਟ ਹੈ ਇਹਨੂੰ ਨਗੇਟ ਕਰਨ ਲੱਗੇ ਹੋਏ ਹੈ ਵੀ ਬਸ ਬਾਣੀ ਔਰ ਪਰਮਾਤਮਾ ਇਹਦੇ ਵਿਚਾਲੇ ਕੋਈ ਵਿਚੋਲਾ ਨਹੀਂ ਹੈ। ਸਾਧ ਸੰਗਤ ਜੀ, ਉਹ ਐਸਾ ਨਹੀਂ ਹੈ। ਗੁਰਮੁਖ ਗੁਰੂ ਦੇ ਔਰ ਪਰਮਾਤਮਾ ਦੇ ਵਿਚਾਲੇ ਵਿਚੋਲਾ ਹੈ, ਜਿਹਨੂੰ ਸੰਤ ਕਹਿੰਦੇ ਆਪਾਂ। ਸੰਤ ਸ਼ਬਦ ਵੈਸੇ ਤਾਂ ਹਿੰਦੂ ਸਭਿਅਤਾ ਦਾ ਸ਼ਬਦ ਹੈ, ਇਹਨੂੰ ਅੱਜ ਕੱਲ੍ਹ ਬਹੁਤ ਡਾਇਲਿਊਟ ਵੀ ਕਰ ਦਿੱਤਾ ਗਿਆ। ਜਣਾ ਖਣਾ ਹੀ ਸੰਤ ਸਮਝੀ ਫਿਰਦਾ ਆਪਣੇ ਆਪ ਨੂੰ। ਨਹੀਂ, ਉਹ ਅਵਸਥਾ ਵਾਲਾ ਜਿਹਦੇ ਅੰਦਰ ਨਾਮ ਚੱਲਦਾ ਹੈ, ਜਿਹਦੀ ਹਉਮੈ ਟੁੱਟ ਚੁੱਕੀ ਹੈ, ਉਹਨੂੰ ਸੰਤ ਕਿਹਾ ਜਾਂਦਾ। ਅਤੇ ਉਹਦਾ ਕੋਰਸਪੋਂਡਿੰਗ ਸ਼ਬਦ ਗੁਰਬਾਣੀ ਦੇ ਵਿੱਚ ਗੁਰਮੁਖ ਹੈ। ਗੁਰਮੁਖ ਕੋਈ ਛੋਟੀ ਬਾਤ ਨਹੀਂ ਹੈ। ਗੁਰਮੁਖ ਪਰਮਾਤਮਾ ਦੇ ਨਾਲ ਮਿਲੀ ਹੋਈ ਹਸਤੀ ਹੁੰਦੀ ਹੈ, ਗੁਰੂ ਦੇ ਨਾਲ ਮਿਲੀ ਹੋਈ ਹਸਤੀ ਹੁੰਦੀ ਹੈ। ਸ਼ਬਦ ਭੇਦ ਜਾਣੈ ਜਾਣਾਈ, ਸ਼ਬਦ ਦੇ ਰਾਹੀਂ ਜੇ ਭੇਦ ਨੂੰ ਜਾਣ ਲਊਗਾ, ਆਪਣੇ ਆਪ ਨੂੰ ਭੇਦ ਦਊਗਾ। ਜਿਵੇਂ ਕੋਈ ਆਪਾਂ ਛੈਣੀ ਵਗੈਰਾ ਕੱਢ ਕੇ ਨਾ ਲੱਕੜ ਦੇ ਵਿੱਚ ਉਹਨੂੰ ਪਾੜਦੇ ਹੁੰਦੇ, ਉਹਨੂੰ ਭੇਦਦੇ ਹੁੰਦੇ ਹਾਂ। ਇਸ ਤਰ੍ਹਾਂ ਜਿਹੜਾ ਸਾਡਾ ਮਨ ਹੈ, ਇਹੀ ਸ਼ਬਦ ਦੇ ਰਾਹੀਂ ਭੇਦਿਆ ਜਾਂਦਾ। ਫਿਰ ਸਮਝ ਆਉਂਦੀ ਹੈ ਵੀ ਬਾਤ ਕਿਆ ਹੈ, ਨਹੀਂ ਤਾਂ ਸਭ ਦੁਨੀਆਦਾਰੀ ਹੈ। ਨਾਨਕ ਹਉਮੈ ਜਾਲ ਸਮਾਈ, ਹਉਮੈ ਨੂੰ ਜਾਲ ਕੇ ਉਹਦੇ ਵਿੱਚ ਸਮਾਈਦਾ। ਸਾਧ ਸੰਗਤ ਜੀ, ਉਹ ਬਾਰ ਬਾਰ ਵਿਚਾਰਿਓ, ਇਹ ਹਉਮੈ ਦਾ ਜ਼ਿਕਰ ਕਿਵੇਂ ਆ ਰਿਹਾ ਹੈ, ਗੁਰਮੁਖ ਦਾ ਜ਼ਿਕਰ ਕਿੰਨੀ ਵਾਰੀ ਆ ਰਿਹਾ ਹੈ। ਹਉਮੈ ਤੋਂ ਬਿਨਾਂ ਕੁਛ ਵੀ, ਹਉਮੈ ਦੇ ਜਲਾਏ ਤੋਂ ਬਿਨਾਂ ਕੁਛ ਵੀ ਪੋਸੀਬਲ ਨਹੀਂ ਹੈ ਪਰਮਾਤਮਾ ਦੇ ਰਸਤੇ 'ਚ। ਗੁਰਮੁਖ ਧਰਤੀ ਸੱਚ ਹੈ ਸਾਜੀ, ਪਰਮਾਤਮਾ ਨੇ ਇਹ ਧਰਤੀ ਸਾਜੀ ਹੀ ਗੁਰਮੁਖਾਂ ਖਾਤਰ, ਨਾਮ ਜਪਣ ਖਾਤਰ। ਇੱਕ ਜਗ੍ਹਾ ਪਵਿੱਤਰ ਵਚਨ ਹੈ, ਹਰ ਸਿਮਰਨ ਧਾਰੀ ਸਭ ਧਰਨਾ, ਸੁਖਮਨੀ ਸਾਹਿਬ 'ਚ ਆਉਂਦਾ। ਹਰੀ ਦਾ ਸਿਮਰਨ ਕਰਨ ਖਾਤਰ ਹੀ ਸਾਰੀ ਧਰਤੀ ਸਾਜੀ ਗਈ। ਸੰਤ ਹੇਤ ਤਿਰਭਵਨ ਸਾਜੇ, ਇਹ ਤਿਰਭਵਨ ਹੀ ਸਾਜੇ ਹੀ ਇਸੇ ਕਰਕੇ ਹੈ ਵੀ ਗੁਰਮੁਖ ਭਗਤੀ ਕਰ ਲਈ। ਆਸਮਾਂ ਸਜਦਾ ਕੁਨਦ ਪੇਸ਼ੇ ਜਿਮੀ ਕੇ ਬਾਰੋ, ਭਾਈ ਨੰਦ ਲਾਲ ਜੀ ਦਾ ਫਰਮਾਨ ਹੈ। ਆਸਮਾਂ ਸਜਦਾ ਕੁਨਦ ਪੇਸ਼ੇ ਜਿਮੀ ਕੇ ਬਾਰੋ, ਯਕ ਦੋ ਨਫਸ ਅਜ ਪੈ ਜ਼ਿਕਰੇ ਖੁਦਾ ਬੇਨਸ਼ੀਨਤ। ਭਾਈ ਨੰਦ ਲਾਲ ਜੀ ਫਰਮਾ ਰਹੇ ਵੀ ਇਸ ਧਰਤੀ ਦੇ ਉੱਤੇ ਇੱਕ ਦੋ ਨਫਸ, ਇੱਕ ਦੋ ਯਾਨੀ ਬਹੁਤ ਰੇਅਰੈਸਟ ਆਫ ਦਾ ਰੇਅਰ, ਧਰਤੀ ਦੇ ਉੱਪਰ ਬੈਠੇ ਪਰਮਾਤਮਾ ਦੇ ਜ਼ਿਕਰ ਵਿੱਚ ਲੱਗੇ ਹੋਏ ਆ, ਫਿਕਰ 'ਚ ਲੱਗੇ ਹੋਏ ਆ। ਯਾਨੀ ਬਹੁਤ ਵਿਰਲੇ ਹੁੰਦੇ ਪਰ ਹੁੰਦੇ ਜ਼ਰੂਰ। ਤਿਸਮੈ ਓਪਤ ਖਪਤ ਸੋ ਬਾਜੀ, ਇਸੇ ਧਰਤੀ ਦੇ ਵਿੱਚ ਉਤਪਤੀ ਔਰ ਪਰਲੋ ਖਪਤ ਇਹ ਸਭ ਚੱਲਦਾ ਹੈ। ਗੁਰ ਕੈ ਸ਼ਬਦ ਰਤੈ ਰਪੈ ਰੰਗ ਲਾਏ, ਗੁਰੂ ਦੇ ਸ਼ਬਦ ਦੇ ਰਾਹੀਂ ਰੰਗ ਕੇ ਹੀ ਰੰਗ ਚੜ੍ਹਦਾ ਹੈ। ਰਪਣਾ ਰੰਗੀਜਣਾ, ਪ੍ਰੇਮ ਦੇ ਨਾਲ ਰੰਗ ਹੋ ਜਾਣਾ। ਸਾਚ ਰਤੋ ਪਤ ਸਿਉ ਘਰ ਜਾਏ,
ਜਿਹੜਾ ਸੱਚ ਨਾਲ ਰੰਗਿਆ ਗਿਆ, ਆਪਣੀ ਇੱਜ਼ਤ ਨਾਲ ਉਸੇ ਨੇ ਘਰ ਵਿੱਚ ਜਾਣਾ ਪਰਮਾਤਮਾ ਵਾਲੇ 'ਚ। ਦੂਜੇ ਨੇ ਨਹੀਂ ਜਾਣਾ, ਉਹਨੇ ਧਰਮਰਾਜ ਵੱਲ ਨੂੰ ਸਿੱਧਾ ਹੋ ਜਾਣਾ ਡੰਡੇ ਖਾਣ ਖਾਤਰ, 84 'ਚ ਮੁੜ ਕੇ ਪੈਣ ਖਾਤਰ। ਸਾਚ ਸ਼ਬਦ ਬਿਨ ਪਤ ਨਹੀਂ ਪਾਵੇ, ਸੱਚੇ ਸ਼ਬਦ ਤੋਂ ਬਿਨਾਂ ਇੱਜ਼ਤ ਨਹੀਂ ਮਿਲਦੀ ਦਰਗਾਹ ਵਿੱਚ। ਦੁਨੀਆ ਦੀ ਗੱਲ ਹੋਰ ਹੈ, ਦੁਨੀਆ ਦੀਆਂ ਇੱਜ਼ਤਾਂ ਝੂਠੀਆਂ ਨੇ। ਨਾਨਕ ਬਿਨ ਨਾਵੇ ਕਿਉਂ ਸਾਚ ਸਮਾਵੇ, ਨਾਮ ਤੋਂ ਬਿਨਾਂ ਸੱਚ ਵਿੱਚ ਕਿਵੇਂ ਕੋਈ ਸਮਾ ਸਕਦਾ ਹੈ, ਕਿਸੇ ਕਿਰਿਆ ਵਿਸ਼ੇਸ਼ ਨਾਲ ਨਹੀਂ। ਖੰਡਨ ਹੈ ਉਹ ਸਭ ਕਾਸੇ ਦਾ ਗੁਰਬਾਣੀ 'ਚ। ਕੇਵਲ ਔਰ ਕੇਵਲ ਗੁਰ ਕੀਰਤ ਸਾਧ ਸੰਗ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਲ ਹੈ। ਇਹੀ ਇੱਕ ਕਰਮ ਪਵਿੱਤਰ ਹੈ, ਸੰਗਤ ਵਿੱਚ ਜਾ ਕੇ ਨਾਮ ਦੀ ਕੀਰਤੀ ਕਰਨੀ। ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ, ਗੁਰੂ ਦੇ ਰਾਹੀਂ ਸਮਝ ਪੈਂਦੀ ਹੈ ਸਾਡੀ ਬੁੱਧ ਵਿੱਚ ਵੀ ਅਸ਼ਟ ਸਿੱਧੀਆਂ ਕਿਆ ਹੈ, 18 ਸਿੱਧੀਆਂ ਕਿਆ ਹੈ, 4 ਸਿੱਧੀਆਂ ਕਿਆ ਹੈ। ਇਹਨਾਂ ਤਿੰਨਾਂ ਦਾ ਜ਼ਿਕਰ ਆਉਂਦਾ ਗੁਰਬਾਣੀ 'ਚ। ਮੋਟੇ ਤੌਰ 'ਤੇ 18 ਸਿੱਧੀਆਂ ਗਿਣੀਆਂ ਜਾਂਦੀਆਂ। ਸਿੱਧੀਆਂ ਸਿੱਧ ਲੋਕਾਂ ਦੇ ਕੋਲ ਇੱਕ ਅਦ੍ਰਿਸ਼ਟ ਪਾਵਰਾਂ ਹੁੰਦੀਆਂ। ਸਭ ਤੋਂ ਆਪਣੇ ਆਪ ਨੂੰ ਸਭ ਤੋਂ ਛੋਟਾ ਕਰ ਲੈਣਾ, ਸਭ ਤੋਂ ਭਾਰਾ ਕਰ ਲੈਣਾ, ਕਿਤੇ ਵੀ ਜਾ ਚਲੇ ਜਾਣਾ, ਕਿਸੇ ਦੇ ਅੰਦਰ ਪ੍ਰਵੇਸ਼ ਕਰ ਜਾਣਾ, ਹਵਾ 'ਚ ਉੜ ਕੇ ਬੈਠ ਜਾਣਾ, ਜਲ ਦੇ ਉੱਪਰ ਤਰਨਾ, ਚੱਪਲ ਮਾਰ ਕੇ ਸਮਾਧੀ ਲਗਾ ਕੇ। ਇਹ ਸਾਰੀਆਂ ਸਿੱਧੀਆਂ ਹੁੰਦੀਆਂ। ਇਹਨਾਂ ਦੇ ਵਿੱਚ ਫਿਰ 8 ਪ੍ਰਮੁੱਖ ਹੈ, 8 'ਚੋਂ ਵੀ 4 ਪ੍ਰਮੁੱਖ ਹੈ ਜਿਹੜੀਆਂ ਪਹਿਲੀਆਂ। ਇਹਨਾਂ ਦੀ ਵਿਚਾਰ ਫਿਰ ਕਿਤੇ ਕਰੀ ਜਾ ਸਕਦੀ ਹੈ। ਗੁਰਮੁਖ ਭਵਜਲ ਤਰੀਏ ਸੱਚ ਸੁਧੀ, ਗੁਰੂ ਦੇ ਰਾਹੀਂ, ਗੁਰਮੁਖ ਦੇ ਰਾਹੀਂ ਭਵਜਲ ਨੂੰ ਤਰਿਆ ਜਾ ਸਕਦਾ ਹੈ। ਇਹ ਭਵਜਲ ਸੱਚ ਦੇ ਵਿੱਚ ਸ਼ੁੱਧ ਹੋਣ ਨਾਲ ਤਰਿਆ ਜਾ ਸਕਦਾ, ਹੋਰ ਕੋਈ ਤਰੀਕਾ ਨਹੀਂ ਹੈ। ਗੁਰਮੁਖ ਸਰ ਅਵਸਰ ਵਿਦ ਜਾਣੇ, ਗੁਰੂ ਦੇ ਰਾਹੀਂ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਚੰਗਾ ਮੰਦਾ ਕਿਆ ਹੈ, ਕਿਹੜੀ ਵਿਧੀ ਹੈ, ਪਾਪ ਪੁੰਨ ਕਿਆ ਚੀਜ਼ ਹੈ। ਜੋ ਪੰਡਿਤ ਪਾਪ ਪੁੰਨ ਬਿਆਨੇ ਹੋਏ, ਜਿਹੜੇ ਪੰਡਿਤ ਨੇ ਭਾਈ ਗੁਰਬਾਣੀ ਨੇ ਉਸ ਤਰ੍ਹਾਂ ਨਹੀਂ ਮੰਨੇ ਹੈ। ਗੁਰਬਾਣੀ ਅਨੁਸਾਰ ਉਹ ਪਾਪੀ ਹੈ ਜਿਹੜਾ ਨਾਮ ਨਹੀਂ ਜਪਦਾ, ਜਿਹੜਾ ਜਪਦਾ ਉਹ ਪਵਿੱਤਰ ਹੈ। ਵਿਚਾਰਦਾਨਿਆਂ ਨੇ ਇਹ ਵੀ ਕਰੀ ਹੋਈ ਹੈ ਵੀ 1.5 ਪਾਪ ਹੈ, 1.5 ਪੁੰਨ ਹੈ ਦੁਨੀਆ ਦੇ ਵਿੱਚ। ਇੱਕ ਪੁੰਨ ਕਿਹੜਾ ਹੈ? ਪਰਮਾਤਮਾ ਦਾ ਨਾਮ ਜਪਣਾ। ਬਾਕੀ ਜਿੰਨੇ ਵੀ ਕਰਮ ਚੰਗੇ ਬੰਦਾ ਕਰਦਾ ਉਹ ਅੱਧੇ ਨੰਬਰ 'ਚ ਆਉਂਦੇ, 1.5 ਬਣਦਾ ਸਿਰਫ। ਪਾਪ ਕਿਹੜਾ ਹੈ ਬੜਾ ਸਭ ਤੋਂ? 1.5 ਪਾਪ ਕਿਹੜਾ ਹੈ? ਸਭ ਤੋਂ ਵੱਡਾ ਪਾਪ ਹੈ ਨਾਮ ਨਾ ਜਪਣਾ। ਔਰ ਬਾਕੀ ਜਿੰਨੇ ਵੀ ਪਾਪ ਹੈ ਇਨਕਲੂਡਿੰਗ ਕਤਲ, ਚੋਰੀ, ਚਕਾਰੀ, ਨਿੰਦਿਆ, ਚੁਗਲੀ, ਬਲਾਤਕਾਰੀ, ਇਹ ਸਾਰੇ ਅੱਧੇ ਨੰਬਰ 'ਚ ਆਉਂਦੇ। ਤਾਂ ਸਭ ਤੋਂ ਜ਼ਿਆਦਾ ਜਿਹੜਾ ਬੱਜਰ ਪਾਪ ਹੈ ਉਹ ਹੈ ਨਾਮ ਨਾ ਜਪਣਾ, ਜਿਹਦੇ ਖਾਤਰ ਪਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਹੋਇਆ। ਗੁਰਮਤਿ ਅਨੁਸਾਰ ਹੈ ਇਹ ਸਾਰਾ ਕਰਮ। ਬਾਕੀ ਜੋ ਪੰਡਿਤ ਨੇ ਵਿਧਾਨਿਆ ਹੋਇਆ ਜਾਂ ਹੋਰ ਕਿਸੇ ਨੇ ਵਿਧਾਨਿਆ, ਉਹ ਚੀਜ਼ਾਂ ਹੋਰ ਹੈ। ਅਸੀਂ ਗੁਰੂ ਨੂੰ ਅਨੁਸਰਨ ਕਰਨਾ ਹੈ। ਗੁਰਮੁਖ ਪਰਵਿਰਤ ਨਿਰਵਿਰਤ ਪਛਾਣੇ, ਗੁਰਮੁਖ ਤੋਂ ਹੀ ਸਾਨੂੰ ਸਮਝ ਪੈਂਦੀ ਹੈ ਇਸ ਗੱਲ ਦੀ ਵੀ ਪ੍ਰਵਿਰਤੀ ਕਿਆ ਹੈ, ਨਿਰਵਿਰਤੀ ਕਿਆ ਹੈ। ਪ੍ਰਵਿਰਤ ਹੁੰਦਾ ਸੰਸਾਰ ਦੇ ਵਿੱਚ ਖਪਣਾ, ਨਿਰਵਿਰਤ ਹੁੰਦਾ ਹੈ ਸੰਸਾਰ ਨੂੰ ਛੱਡ ਜਾਣਾ। ਗੁਰਮੁਖ ਤਾਰੇ ਪਾਰ ਉਤਾਰੇ, ਗੁਰਮੁਖ ਤੋਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਨਾਨਕ ਗੁਰਮੁਖ ਸ਼ਬਦ ਨਿਸਤਾਰੇ, ਗੁਰਮੁਖ ਸ਼ਬਦ ਦੇ ਰਾਹੀਂ ਸਾਡਾ ਨਿਸਤਾਰਾ ਕਰਦਾ ਹੈ। ਫਿਰ ਉਹ ਬਾਤ ਵਿਚਾਰ ਆ ਰਹੀ ਹੈ ਉਹਦੇ ਵਾਰ-ਵਾਰ ਬਈ ਗੁਰੂ ਨੇ ਬਖਸ਼ਿਸ਼ ਕਰਕੇ ਕਿਸੇ ਬੰਦੇ ਨੂੰ ਗੁਰਮੁਖ ਬਣਾਉਣਾ, ਸੰਤ ਬਣਾਉਣਾ, ਗੁਰਸਿੱਖ ਬਣਾਉਣਾ। ਅਸਲੀ ਸ਼ਬਦਾਂ 'ਚ ਜਦੋਂ ਉਹ ਬਣ ਗਿਆ ਫਿਰ ਉਹ ਆਪ ਵੀ ਜਪਦਾ ਹੈ ਅਤੇ ਲੋਕਾਂ ਨੂੰ ਵੀ ਜਪਾਉਂਦਾ, ਆਪ ਵੀ ਤਰਦਾ ਅਤੇ ਲੋਕਾਂ ਨੂੰ ਵੀ ਤਾਰਦਾ। ਸੋ ਗੁਰਮੁਖ ਦਾ ਕਨਸੈਪਟ ਗੁਰਬਾਣੀ 'ਚ ਹੈ, ਇਸ ਤੋਂ ਨਗੇਸ਼ਨ ਨਹੀਂ ਕਰੀ ਜਾ ਸਕਦੀ। ਦੂਜੇ ਸ਼ਬਦਾਂ 'ਚ ਆਪਾਂ ਇਹਨੂੰ ਸੰਤ ਕਹਿ ਦਈਏ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਅਵਸਥਾ ਇੱਕ ਜਿਹੀ ਹੁੰਦੀ ਹੈ ਗੁਰਮੁਖਾਂ ਦੀ ਔਰ ਸੰਤਾਂ ਦੀ। ਤੋ ਗੁਰਮੁਖ ਸ਼ਬਦ ਦੇ ਨਾਲ ਜੋੜ ਕੇ ਸਾਡਾ ਆਧਾਰ ਕਰਦਾ ਹੈ, ਗੁਰਬਾਣੀ ਨਾਲ ਜੋੜ ਕੇ ਆਧਾਰ ਕਰਦਾ ਹੈ। ਬਾਬਾ ਜੀ ਨਤਮਲਪੁਰ ਵਾਲੇ ਕਿਹਾ ਕਰਦੇ ਸੀ ਭਾਈ ਗੁਰਬਾਣੀ ਸਭ ਤੋਂ ਵੱਡੀ ਸਿੱਖਿਆ, ਨਾ ਇਸ ਤੋਂ ਉੱਪਰ ਕੋਈ ਪਹਿਲਾਂ ਸੀ ਨਾ ਹੋਣਾ ਨਾ ਹੋਏਗੀ। ਸਭ ਨਾਦ ਵੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ। ਸੋ ਗੁਰਬਾਣੀ ਦੀ ਜਿਹੜੀ ਸਿੱਖਿਆ, ਸ਼ਬਦ ਦੀ ਜਿਹੜੀ ਸਿੱਖਿਆ, ਇਸ ਤੋਂ ਉੱਪਰ ਕੋਈ ਸਿੱਖਿਆ ਦੁਨੀਆ ਦੇ ਵਿੱਚ ਹੈ ਹੀ ਨਹੀਂ। ਇਹ ਕਿੱਥੋਂ ਮਿਲਣੀ ਹੈ? ਸ਼ਬਦ ਹੈ ਜਿਹੜਾ
ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈਗਾ, ਲੇਕਿਨ ਉਹਦੀ ਸਮਝ ਕਿਵੇਂ ਆਊਗੀ, ਵਰਤੋਂ ਕਿਵੇਂ ਹੋਊਗੀ, ਕਿੱਥੇ ਹੋਊਗੀ, ਉਹ ਸਾਡੇ 'ਚ ਹੋਣੀ ਹੈ ਮਨੁੱਖਾਂ 'ਚ, ਪਰ ਹੋਏਗੀ ਗੁਰਮੁਖਾਂ ਦੇ ਰਾਹੀਂ, ਸੰਗਤ ਦੇ ਰਾਹੀਂ। ਸੰਗਤ ਦੇ ਵਿੱਚ ਗੁਰਮੁਖ ਹੁੰਦਾ ਕੋਈ ਨਾ ਕੋਈ ਜ਼ਰੂਰ। ਅਲੱਗ ਅਲੱਗ ਅਵਸਥਾ ਵਾਲੇ ਲੋਕ ਹੁੰਦੇ ਬੈਠੇ ਸੰਗਤ ਦੇ ਵਿੱਚ। ਜਿਹਦੀ ਅਵਸਥਾ ਪੂਰੀ ਹੁੰਦੀ ਹੈ ਉਹਨੂੰ ਗੁਰਮੁਖ ਕਿਹਾ ਜਾਂਦਾ ਹੈ। ਤੋ ਸੰਗਤ ਦੇ ਵਿੱਚ ਜਿਹੜੀ ਚੀਜ਼ਾਂ ਸਾਨੂੰ ਨਹੀਂ ਸਮਝ ਆਉਂਦੀਆਂ, ਸਾਨੂੰ ਤਾਂ ਬਸ ਕੁਛ ਵੀ ਸਮਝ ਨਹੀਂ ਆਉਂਦਾ, ਬਲਕਿ ਉਹ ਸਾਰਾ ਕੁਛ ਜੋ ਆਪਾਂ ਸੁਣ ਕੇ ਆਪਣੇ ਮਨ 'ਚ ਪਰਸੈਪਸ਼ਨ ਬਣਾਉਂਦੇ ਹਾਂ ਉਹ ਗਲਤ ਹੁੰਦੀ ਹੈ, ਨਹੀਂ ਸਹੀ ਹੁੰਦੀ। ਉਹਦੀ ਵਿਆਖਿਆ ਸੰਗਤ ਵਿੱਚ ਹੁੰਦੀ ਹੈ ਗੁਰਮੁਖ ਦੇ ਰਾਹੀਂ। ਉਹ ਚੀਜ਼ ਹੈ ਜਿਹੜੀ ਫਿਰ ਸਾਨੂੰ ਪਤਾ ਲੱਗਦਾ ਵੀ ਅਸਲ 'ਚ ਗੁਰੂ ਸਾਹਿਬ ਕਿਆ ਫਰਮਾਉਣਾ ਚਾਹੁੰਦੇ। ਨਹੀਂ ਅਸੀਂ ਆਪਣੀ ਬੁੱਧੀ ਅਨੁਸਾਰ ਉਹਨੂੰ ਗਲਤ ਵਿਆਖਿਆ ਕਰ ਬੈਠਦੇ ਹਾਂ, ਸੰਸਾਰ ਦੇ ਨਾਲ ਜੋੜ ਲੈਂਦੇ ਹਾਂ ਜਿਹੜੀਆਂ ਰੂਹਾਨੀ ਬਾਤਾਂ ਹੈ, ਨੂਰਾਨੀ ਬਾਤਾਂ, ਉਹਨਾਂ ਦੀ ਵਿਚਾਰ ਜਿਵੇਂ ਪੁੰਨ ਕਿਹਨੂੰ ਕਹਿੰਦੇ, ਪਾਪ ਕਿਹਨੂੰ ਕਹਿੰਦੇ ਆ, ਸੇਵਾ ਕਿਆ ਹੈ, ਦਾਨ ਕਿਆ ਹੈ, ਇਹ ਸਾਰਿਆਂ ਦੀ ਵਿਚਾਰ ਗੁਰਮੁਖ ਸਮਝਾਉਂਦਾ ਸਾਨੂੰ ਸੰਗਤ ਦੇ ਵਿੱਚ। ਸੋ ਗੁਰਮੁਖ ਦੇ ਉੱਤੇ ਅੱਗੇ ਵੀ ਵਿਚਾਰ ਆਉਣੀ ਹੈ, ਬਹੁਤ ਜ਼ੋਰ ਹੈ ਸਾਰੀ ਬਾਣੀ ਦੇ ਵਿੱਚ। ਇਸ ਸਿੱਧ ਗੋਸ਼ਟ ਵਿੱਚ ਵੀ 2 ਜਗ੍ਹਾ ਹੋਰ ਗੁਰਮੁਖ ਦੀ ਵਿਚਾਰਾਂ ਆਉਣੀਆਂ। ਗੁਰਮੁਖ ਦਾ ਕੰਸੈਪਟ ਨਿਗੇਸ਼ਨ ਨਹੀਂ ਹੈ, ਇਹ ਸਾਡੀ ਖਾਮ ਖਿਆਲੀ ਹੈ। ਅਸੀਂ ਗਲਤ ਸਮਝਦੇ ਹਾਂ ਵੀ ਬਾਣੀ ਔਰ ਰੱਬ ਦੇ ਵਿਚਾਲੇ ਕੋਈ ਵਿਚੋਲਾ ਨਹੀਂ ਹੈ। ਨਹੀਂ ਭਾਈ, ਬਿਲਕੁਲ ਵਿਚੋਲਾ ਹੈ। ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿੜਨ ਕੱਲ, ਜੇ ਤੂੰ ਤਿਰਨਾ ਚਾਹੁੰਦਾ ਹੈ ਤਾਂ ਜਿਹੜੇ ਪਹਿਲਾਂ ਤਿਰੇ ਹੋਏ ਆ ਉਹਨਾਂ ਦੇ ਨਾਲ ਜੁੜ ਜਾ, ਉਹਨਾਂ ਨੂੰ ਪੁੱਛ ਲੈ ਵੀ ਕਿਵੇਂ ਤਿਰਨਾ ਹੈ, ਨਹੀਂ ਡੁੱਬ ਜਾਏਗਾ ਰਸਤੇ ਦੇ ਵਿੱਚ। ਸੋ ਗੁਰਮੁਖ ਦੀ ਲੋੜ ਹੈ। ਗੁਰਮੁਖ ਤੋਂ ਬਿਨਾਂ ਸੰਸਾਰ ਦਾ ਆਧਾਰ ਨਹੀਂ ਹੋ ਸਕਦਾ। ਆਪਣੇ ਤੌਰ ਪਰ ਗੁਰਬਾਣੀ ਦੀ ਸਮਝ ਕਿਸੇ ਨੂੰ ਆ ਜਾਏ ਇਹ ਨਹੀਂ ਹੈ ਮੁਮਕਿਨ, ਜਿੰਨਾ ਚਿਰ ਉਹ ਕਿਰਪਾ ਨਹੀਂ ਕਰਦਾ। ਕਿਰਪਾ ਨਾਮ ਦੀ ਵਸੂਗੀ, ਗੁਰਬਾਣੀ ਦੀ ਅੰਦਰ ਵਸੇਗੀ, ਸਾਡੇ ਉੱਤੇ ਨਾਇਤ ਹੋਏਗੀ। ਕੋਈ ਗੁਰਮੁਖ ਸਾਡੇ ਉੱਤੇ ਨਾਇਤ ਕਰੇਗਾ ਤਾਂ ਸਾਡਾ ਪਾਰ ਉਤਾਰਾ ਹੋ ਸਕਦਾ, ਨਹੀਂ ਤਾਂ ਠੋਕਰਾਂ ਹੈ। ਹੁਣ ਸਾਨੂੰ ਕਿਵੇਂ ਸਮਝ ਆਵੇ, ਦੇਖੋ ਇੱਕ ਵਾਰ ਬਾਬਾ ਜੀ ਨੂੰ ਕਿਸੇ ਨੇ ਪੁੱਛਿਆ ਕਿ ਉਹਨਾਂ ਦੇ ਕਿੱਲਾ ਲੱਗਿਆ ਸੀ ਧਰਤੀ 'ਚ ਗੱਡਿਆ ਹੋਇਆ, ਜਿਹਦੇ ਨਾਲ ਆਪਾਂ ਡੰਗਰ ਬੰਨ੍ਹਦੇ, ਉੱਥੇ ਕੁਛ ਖੂਨ ਨਿਕਲਿਆ। ਲੋਕ ਭੱਜੇ ਭੱਜੇ ਗਏ ਆਲੇ ਦੁਆਲੇ ਤੋਂ, ਜਦੋਂ ਪਤਾ ਲੱਗਿਆ ਵੀ ਕਿੱਲਾ ਵੱਜਿਆ। ਇੱਕ ਗੁਰਸਿੱਖ ਕਹਿੰਦਾ ਬਾਬਾ ਜੀ ਤੁਹਾਡੇ ਕਿੱਲਾ ਲੱਗਿਆ? ਕਹਿੰਦੇ ਨਹੀਂ ਭਾਈ, ਕਿੱਲਾ ਤਾਂ ਆਪਣੀ ਜਗ੍ਹਾ ਖੜਾ ਸੀ, ਅਸੀਂ ਕਿੱਲੇ 'ਚ ਵੱਜੇ। ਸ਼ਬਦ ਤਾਂ ਸਾਦੇ ਹੀ ਹੈ, ਪਰ ਇਹਨਾਂ ਦਾ ਭਾਵ ਬਹੁਤ ਗਹਿਰਾ। ਗਲਤੀ ਅਸੀਂ ਕਰਦੇ ਹਾਂ, ਸਾਨੂੰ ਸਮਝ ਨਹੀਂ ਹੁੰਦੀ, ਅਸੀਂ ਦੋਸ਼ ਦੂਜਿਆਂ ਨੂੰ ਦਿੰਦੇ ਹਾਂ। ਬਿਲਕੁਲ ਸੌਖੇ ਸਾਦੇ ਜਿਹੇ ਸ਼ਬਦ ਨੇ, ਪਰ ਗੱਲ ਵਿੱਚ ਸਮਝ ਆ ਰਹੀ ਹੈ। ਕਹਿੰਦੇ ਭਾਈ ਕਿੱਲਾ ਤਾਂ ਆਪਣੀ ਜਗ੍ਹਾ ਖੜਾ ਹੈ, ਅਸੀਂ ਕਿੱਲੇ 'ਚ ਵੱਜੇ, ਕਿੱਲਾ ਨਹੀਂ ਸਾਡੇ ਵੱਜਿਆ। ਇਹ ਗੁਰਮਤ ਦਾ ਜਿਹੜਾ ਅੰਦਰ ਦਾ ਭਾਵ ਹੁੰਦਾ, ਅੰਤਰੀ ਭਾਵ, ਇਹਨੂੰ ਗੁਰਮੁਖ ਹੀ ਸਮਝਾ ਸਕਦਾ। ਸਾਨੂੰ ਨਹੀਂ ਸਮਝ ਆਉਂਦੀ, ਅਸੀਂ ਇੱਕ ਪਾਸੜ ਹੋਏ ਵੇ ਹੁੰਦੇ ਹਾਂ ਹਉਮੈ ਕਰਕੇ। ਉਹ ਹਉਮੈ ਦੇ ਵਿੱਚ ਜੋ ਅਸੀਂ ਪਰਸੈਪਸ਼ਨ ਬਣਾਉਂਦੇ ਉਹ ਬਿਲਕੁਲ ਗਲਤ ਹੁੰਦੀ ਹੈ। ਅਸੀਂ ਕਹਿੰਦੇ ਹਾਂ ਜੀ ਫਲਾਣੇ ਬੰਦੇ ਨੇ ਸਾਡੀ ਬੇਇੱਜ਼ਤੀ ਕਰਤੀ। ਹੁਣ ਉਹ ਹਉਮੈ ਦੇ ਵਿੱਚੋਂ ਸਾਨੂੰ ਪ੍ਰਤੀਤ ਹੁੰਦੀ ਹੈ। ਜੇ ਅਸੀਂ ਆਪਣੀ ਹਉਮੈ ਨੂੰ ਘਟਾ ਕੇ ਦੇਖੀਏ ਸ਼ਾਇਦ ਕਸੂਰ ਸਾਡਾ ਹੀ ਨਿਕਲਿਆ ਵੇ, ਸਮਝ ਆ ਜਾਵੇ। ਅਗਰ ਨਹੀਂ ਵੀ ਹੈ ਸਾਡੀ ਉਸ ਹਉਮੈ ਰਹਿਤ ਅਵਸਥਾ 'ਚੋਂ ਦੇਖ ਕੇ, ਤਾਂ ਆਪਾਂ ਹੱਸ ਕੇ ਵੀ ਸਾਰ ਸਕਦੇ ਵੀ ਚੱਲ ਕੋਈ ਨਹੀਂ, ਕਿਆ ਗੱਲ ਹੈ, ਉਹਦੀ ਅਵਸਥਾ ਹੀ ਐਸੀ ਸੀ, ਕਹਿ ਗਿਆ ਕਰ ਗਿਆ। ਸੋ ਇਹ ਜਿਹੜੀਆਂ ਬਾਤਾਂ ਹੈ ਹਉਮੈ ਰਹਿਤ ਹੋਣ ਦੀਆਂ, ਸੰਗਤ ਦੇ ਵਿੱਚ ਜਾ ਕੇ ਗੁਰਮੁਖਾਂ ਤੋਂ ਸਮਝ ਆਉਂਦੀਆਂ, ਕਿਉਂਕਿ ਗੁਰਮੁਖਾਂ ਦੇ ਉੱਪਰ ਬੀਤੀ ਹੋਈ ਹੁੰਦੀ ਹੈ ਸਾਰੀ, ਪਰਮਾਤਮਾ ਨੇ ਕਿਰਪਾ ਕਰੀ ਹੋਈ ਹੁੰਦੀ ਹੈ, ਉਹਨਾਂ ਤੋਂ ਬਾਤਾਂ ਸਮਝ ਆ ਜਾਂਦੀਆਂ। ਕੋਈ ਅਪਸ਼ਬਦ ਦੀ ਖਿਮਾ ਦਿਓ ਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ, ਸਾਧ ਸੰਗਤ ਜੀਓ, ਕਈ ਦਿਨਾਂ ਤੋਂ ਦਾਸਰਾ ਦੇਖ ਰਿਹਾ ਹੈ ਗਰੁੱਪ ਵਿੱਚ ਧੁੰਦ ਪੈ ਗਈ ਹੈ। ਕਿਆ ਬਿਜੀ ਲਾਈਫ ਹੋ ਗਿਆ ਇੰਨਾ, ਹੁਣ ਤਾਂ ਕੋਈ ਗੁਰਪੁਰਬ ਵੀ ਹੈ ਨਹੀਂ, ਕੋਈ ਵੀ ਗੁਰਮੁਖ ਨਹੀਂ ਝੜ ਰਿਹਾ, ਵਿਚਾਰ ਦੇ ਰਿਹਾ। ਭਾਈ ਸੰਗਤ ਦਾ ਮਤਲਬ ਹੀ ਇਹੀ ਹੁੰਦਾ, ਕੁਛ ਸੁਣਨਾ ਕੁਛ ਕਹਿਣਾ। ਸਾਰੇ ਹੀ ਗੁਰਮੁਖ ਹੈ ਜਿੰਨੇ ਵੀ ਬਖਤੇ, ਕੁਛ ਤਾਂ ਜ਼ਰੂਰ ਬੋਲਣਾ ਚਾਹੀਦਾ, ਉਹਦੇ ਨਾਲ ਬੋਲਣ ਵਾਲੇ ਨੂੰ ਹੋਰ ਸਧਾਈ ਹੋ ਜਾਂਦੀ ਹੈ। ਇੱਕ ਸਾਦੀ ਜਿਹੀ ਵਿਚਾਰ 18-20-25 ਮਿੰਟ 'ਚ ਹੁੰਦੀ ਹੈ, ਇਹਦੇ ਇਕੱਲੇ ਇਕੱਲੇ ਕੰਸੈਪਟ ਨੂੰ ਅਗਰ ਖੋਲ੍ਹਿਆ ਜਾਵੇ ਤਾਂ ਹੋਰ ਟਾਈਮ ਘੰਟਾ ਘੰਟਾ ਅੱਧਾ ਘੰਟਾ ਲੱਗ ਜਾਇਆ ਕਰਦਾ। ਆਪ ਜੀ ਗੁਰਮੁਖ ਸਮਰੱਥ ਹੈ ਉਸ ਬਾਤ ਦੇ।
ਕੋਈ ਵੀ ਨਹੀਂ ਛੇੜ ਰਿਹਾ ਬਾਤ ਨੂੰ। ਫਿਰ ਇੱਕ ਛੇੜਦਾ ਤਾਂ ਦੂਜੇ ਦੇ ਅੰਦਰੋਂ ਕੁਝ ਹੋਰ ਨਿਕਲਦਾ, ਤੀਜੇ ਦੇ ਅੰਦਰੋਂ ਹੋਰ ਨਿਕਲਦਾ। ਜ਼ਰੂਰ ਕਰਿਆ ਕਰੋ। ਕਿਆ ਇਹ ਸਮਝ ਲਿਆ ਜਾਵੇ ਬਈ ਹੁਣ ਸਭ ਨੂੰ ਨੀਸ ਹੋ ਚੁੱਕੀ ਹੈ, ਵਿਚਾਰ ਸਮਝ ਨਹੀਂ ਰਹੇ ਜਾਂ ਬੋਲ ਨਹੀਂ ਰਹੇ। ਜ਼ਰੂਰ ਦੱਸਿਓ, ਨਹੀਂ ਤਾਂ ਫਿਰ ਔਖੇ ਸੌਖੇ ਇਹ ਕਰਕੇ ਸਿੱਧ ਗੋਸ਼ਟ ਦੀ ਵਿਚਾਰ ਫਿਰ ਆਪਾਂ ਸਮਾਪਤੀ ਕਰ ਦਾਂਗੇ। ਤੇ ਜਿਵੇਂ ਵੀ ਸੰਗਤ ਦਾ ਫੈਸਲਾ ਹੋ। ਆਪ ਜੀ ਸੰਗਤ ਨੂੰ ਕਿਆ ਉਪਦੇਸ਼ਣਾ, ਸੰਗਤ ਤਾਂ ਪਹਿਲਾਂ ਹੀ ਉਪਦੇਸੀ ਵੀ ਹੁੰਦੀ ਹੈ ਗੁਰੂ ਦੁਆਰਾ। ਸੰਤ ਹੇਤ ਪ੍ਰਭ ਤਿਰ ਭਵਨ ਧਾਰੇ। ਸ਼ਾਇਦ ਸਾਜੇ ਸ਼ਬਦ ਨਿਕਲ ਗਿਆ ਮੂੰਹ ਤੋਂ, ਹੋ ਜਾਂਦਾ ਇਸ ਤਰ੍ਹਾਂ, ਗਲਤ ਹੋਰ ਨਿਕਲ ਜਾਂਦਾ ਬਹੁਤ ਵਾਰੀ। ਬੰਦਾ ਜੋ ਭੁੱਲਣਹਾਰ ਹੋਇਆ ਆਵੇਸ਼ ਵਿੱਚ ਨਿਕਲ ਜਾਂਦੀ ਬਾਤ। ਤੋ ਸਾਧ ਸੰਗਤ ਜੀ ਜ਼ਰੂਰ ਕਿਰਪਾ ਕਰਿਓ। ਇਹ ਤੁਹਾਡੀ ਇਨਾਇਤ ਤੋਂ ਬਿਨਾਂ ਨਹੀਂ ਇਹ ਚੱਲ ਸਕਣੀ ਹੈ, ਕਿਉਂਕਿ ਆਪਣੇ ਤੌਰ ਪਰ ਕਰਨਾ, ਨਿੱਜੀ ਵਾਹਿਗੁਰੂ ਦਾ ਜਾਪ ਕਰਨਾ, ਉਹ ਤਾਂ ਚਲੋ ਗੁਰੂ ਦੀ ਕਿਰਪਾ ਹੁੰਦੀ ਹੈ, ਜਿਹਦੇ ਪਰ ਹੈ ਉਹ ਕਰਦਾ ਰਹਿੰਦਾ। ਪਰ ਸੰਗਤ ਦੇ ਵਿੱਚ ਵਿਚਾਰ ਕਰਨੀ, ਕਰਾਉਣੀ, ਜੇ ਸੰਗਤ ਸੂਝਵਾਨ ਨਾ ਸੁਣਨ ਵਾਲੀ ਹੋਵੇ ਤਾਂ ਫਿਰ ਉਹ ਵਕਤੇ ਨੂੰ ਵੀ ਕੋਈ ਬਹੁਤਾ ਇੰਟਰਸਟ ਨਹੀਂ ਰਹਿ ਜਾਂਦਾ ਉਹਦੇ 'ਚ, ਵੀ ਕੋਈ ਸੁਣ ਨਹੀਂ ਰਿਹਾ। ਜਿੰਨਾ ਚਿਰ ਧਿਆਨ ਨਾਲ ਸੰਗਤ ਸੁਣਦੀ ਰਹਿੰਦੀ ਹੈ, ਵਕਤੇ ਨੂੰ ਉਤਸ਼ਾਹ ਰਹਿੰਦਾ, ਉਹ ਬੋਲਦਾ ਰਹਿੰਦਾ। ਆਪ ਜੀ ਤੋਂ ਖੁਦ ਵਕਤ ਆਏ, ਆਪ ਜੀ ਨੂੰ ਤਾਂ ਸਭ ਇਹਨਾਂ ਬਾਤਾਂ ਦੀ ਸੋਝੀ ਹੈਗੀ ਹੈ। ਪਤਾ ਨਹੀਂ ਕਿਵੇਂ ਕਿਆ ਬਾਤ ਹੈ, ਬਿਜੀ ਹੋ ਗਏ ਜਾਂ ਕਿਆ ਚੱਕਰ ਹੈ। ਜ਼ਰੂਰ ਕੁਛ ਨਾ ਕੁਛ ਵਿਚਾਰਿਆ ਕਰੋ, ਕੁਛ ਲਿਆ ਕਰੋ, ਕੁਛ ਦਿਆ ਵੀ ਕਰੋ। ਹਰ ਬੰਦੇ ਨੂੰ ਗੁੰਜਾਇਸ਼ ਹੁੰਦੀ ਹੈ ਸਿੱਖਣ ਦੀ। ਇਹ ਠੀਕ ਹੈ, ਚਲੋ ਕੁਛ ਨਾ ਕੁਛ ਘੱਟ ਵੱਧ ਹੋ ਸਕਦੀ ਹੈ, ਪਰ ਹੁੰਦੀ ਸਭ ਦੇ ਅੰਦਰ ਹੈ। ਦੇयर ਇਜ਼ ਆਲਵੇਜ਼ ਰੂਮ ਐਟ ਦਾ ਟੋਪ। ਕਿਉਂਕਿ ਪੂਰਾ ਬੰਦਾ ਕੋਈ ਪਰਫੈਕਟ ਐਬਸੋਲਿਊਟ ਹੈ ਨਹੀਂ, ਪਰਫੈਕਟ ਕੋਈ ਨਹੀਂ ਹੈ। ਹਰ ਵਕਤ ਗੁੰਜਾਇਸ਼ ਰਹਿੰਦੀ ਹੈ ਕਿਸੇ ਨਾ ਕਿਸੇ ਤੋਂ ਕੁਛ ਸਿੱਖਣ ਦੀ। ਇਸ ਗਰੁੱਪ ਦੇ ਵਿੱਚੋਂ ਉਹ ਚੀਜ਼ਾਂ ਮਿਲੀਆਂ ਦਾਸਰੇ ਨੂੰ ਜਿਹੜੀਆਂ ਦਾ ਪਤਾ ਨਹੀਂ ਸੀਗਾ। ਇਹ ਕੁਦਰਤੀ ਬਾਤ ਹੈ, ਗੁਰਬਾਣੀ ਜੋ ਹੋਈ, ਵਿਚਾਰ ਜੋ ਹੋਈ ਉਹਦੀ। ਸੋ ਜ਼ਰੂਰ ਹੱਥ ਬੰਨ੍ਹ ਕੇ ਬੇਨਤੀ ਹੈ, ਜ਼ਰੂਰ ਕਿਰਪਾ ਕਰਿਆ ਕਰੋ। ਚਾਹੇ ਫਤਿਹ ਬੁਲਾਓ, ਇੱਕ ਦੋ ਸ਼ਬਦ ਬੋਲੋ, ਕੁਛ ਨਾ ਕੁਛ ਉਹਨਾਂ ਵਿੱਚ ਵੀ ਛੁਪਿਆ ਹੋਇਆ ਹੁੰਦਾ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੋ ਕੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਨਾਮੇ ਰਾਤੇ ਹਉਮੈ ਜਾਏ, ਨਾਮ ਰਤੇ ਸਚ ਰਹੇ ਸਮਾਏ। ਨਾਮ ਰਤੇ ਜੋਗ ਜੁਗਤ ਵਿਚਾਰ, ਨਾਮ ਰਤੇ ਪਾਵੈ ਮੋਖ ਦੁਆਰ। ਨਾਮ ਰਤੇ ਤਿਰ ਭਵਨ ਸੋਝੀ ਹੋਏ, ਨਾਨਕ ਨਾਮ ਰਤੇ ਸਦਾ ਸੁਖ ਹੋਏ। ਨਾਮ ਰਤੇ ਸਿੱਧ ਗੋਸ਼ਟ ਹੋਏ, ਨਾਮ ਰਤੇ ਸਦਾ ਤਪ ਹੋਏ। ਨਾਮ ਰਤੇ ਸੱਚ ਕਰਨੀ ਸਾਰ, ਨਾਮ ਰਤੇ ਗੁਣ ਗਿਆਨ ਵਿਚਾਰ। ਬਿਨ ਨਾਵੈ ਬੋਲੇ ਸਭ ਬੇਕਾਰ, ਨਾਨਕ ਨਾਮ ਰਤੇ ਤਿਨ ਕੋ ਜੈਕਾਰ। ਪੂਰੇ ਗੁਰ ਤੇ ਨਾਮ ਪਾਇਆ ਜਾਏ, ਜੋਗ ਜੁਗਤ ਸੱਚ ਰਹਿ ਸਮਾਏ। 12 ਮੈਂ ਜੋਗੀ ਭਰਮਾਏ, ਸੰਨਿਆਸੀ 6 4। ਗੁਰ ਕੈ ਸ਼ਬਦ ਜੋ ਮਰ ਜੀਵੈ, ਸੋ ਪਾਏ ਮੋਖ ਦੁਆਰ। ਬਿਨ ਸ਼ਬਦੈ ਸਭ ਦੂਜੈ ਲਾਗੇ, ਦੇਖੋ ਹਿਰਦੈ ਵਿਚਾਰ। ਨਾਨਕ ਵੱਡੇ ਸੇ ਵਡ ਭਾਗੀ, ਜਿਨੀ ਸੱਚ ਰਖਿਆ ਉਰ ਧਾਰ।
ਬਿਨ ਸ਼ਬਦੈ ਸਭ ਦੂਜੈ ਲਾਗੇ, ਦੇਖੋ ਹਿਰਦੈ ਵਿਚਾਰ। ਨਾਨਕ ਵੱਡੇ ਸੇ ਵਡ ਭਾਗੀ, ਜਿਨੀ ਸੱਚ ਰੱਖਿਆ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਨਾਲ ਰੱਤੀ ਹੋਈ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਤੇ ਗੁਰਬਾਣੀ ਵਿਚਾਰ ਦੇ ਵਿਦਵਾਨ ਸਰੋਤੇ ਅਤੇ ਵਕਤੇ ਸੱਜਣੋ, ਆਪਣੀ ਹਕੀਰ ਬੁੱਧੀ ਦੁਆਰਾ ਅੱਜ ਦੀ ਸਿੱਧ ਗੋਸ਼ ਦੀ ਲੜੀਵਾਰ ਵਿਚਾਰ ਹਾਜ਼ਰ ਹੈ। ਕੱਲ੍ਹ ਗੁਰਮੁਖ ਦੀ ਵਿਚਾਰ ਹੋਈ ਸੀ ਬਾਣੀ ਚੋਂ, ਅੱਜ ਨਾਮ ਦੀ ਵਿਚਾਰ ਆ ਰਹੀ ਹੈ। ਅੱਗੇ ਫੇਰ ਗੁਰਮੁਖ ਦੀ ਆਉਣੀ ਹੈ। ਇਹ ਬਹੁਤ ਬੜੇ ਕਨਸੈਪਟ ਹੈ ਗੁਰਬਾਣੀ ਦੇ, ਕਿਉਂਕਿ ਨਾਮ ਤੋਂ ਬਿਨਾਂ ਦੁਨੀਆ ਦੇ 'ਚ ਕੁਛ ਵੀ ਨਹੀਂ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਔਰ ਨਾਨਕ ਹੈ ਘਰ ਕੇਵਲ ਨਾਮ। ਇਹ ਨਾਮ ਕੇਵਲ ਨਾਨਕ ਦੇ ਘਰ ਵਿੱਚ ਹੈ, ਹੋਰ ਪਾਸੇ ਨਹੀਂ ਹੈ। ਉੱਧਰ ਤਾਂ ਸਿਰਫ ਕਿਰਿਆ ਵਿਸ਼ੇਸ਼ ਜਾਂ ਦੂਜੇ ਦੀ ਬਾਤ ਹੁੰਦੀ ਹੈ, ਬਹੁਤ ਘੱਟ ਹੁੰਦੀ ਹੈ ਨਾਮ ਦੀ ਗੱਲ। ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਨਾਮੇ ਰਾਤੇ ਹਉਮੈ ਜਾਏ। ਹਉਮੈ ਈਗੋ, ਅਭਿਮਾਨ ਕਿਵੇਂ ਜਾਊਗਾ? ਨਾਮ ਦੇ ਨਾਲ ਰੰਗਣ ਨਾਲ। ਨਾਮ ਕਿੱਥੋਂ ਪੈਦਾ ਹੋਊਗਾ? ਗੁਰਮੁਖ ਨਾਲ ਜੁੜ ਕੇ, ਗੁਰਬਾਣੀ ਦੇ ਸ਼ਬਦ ਨਾਲ ਵਿਚਾਰ ਕਰਕੇ, ਦੀ ਵਿਚਾਰ ਕਰਕੇ। ਜਿੱਥੇ ਹਉਮੈ ਜਾਊਗੀ ਉੱਥੇ ਹੀ ਨਾਮ ਨੇ ਟਿਕਣਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਦੋਨਾਂ ਚੋਂ ਇੱਕ ਰਹੂਗਾ, ਇੱਕ ਆਏਗਾ ਇੱਕ ਜਾਏਗਾ। ਅਸੀਂ ਕਿਉਂਕਿ ਹਉਮੈ ਦੇ ਵਿੱਚ ਆਏ, ਹਉਮੈ ਦੇ ਵਿੱਚ ਸਾਰਾ ਕੁਛ ਕਰ ਰਹੇ, ਜਾਣਾ ਵੀ ਹਉਮੈ 'ਚ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਸਾਰਾ ਕੁਛ ਤਾਂ ਹਉਮੈ 'ਚ ਹੈ। ਤੋ ਅਸੀਂ ਨਾਮ ਦੇ ਨੇੜੇ ਵੀ ਨਹੀਂ ਹੋ ਸਕਦੇ ਜਿੰਨਾ ਚਿਰ ਹਉਮੈ ਅੰਦਰ ਹੈ। ਠੀਕ ਹੈ, ਕੁਛ ਥੋੜ੍ਹਾ ਬਹੁਤ ਬਾਹਰ ਦਾ ਨਾਮ ਦਾ ਪ੍ਰਕਰਨ ਸਾਨੂੰ ਪਤਾ ਚੱਲ ਜਾਂਦਾ ਸੰਗਤ ਵੀ ਜਾ ਕੇ, ਪਰ ਜਿਹੜੀ ਨਾਮ ਦੀ ਬਾਤ ਹੈ ਅੰਦਰੋਂ, ਉਹ ਤਾਂ ਬਹੁਤ ਵਿਰਲੀ ਹੈ। ਉਹ ਤਾਂ ਹਉਮੈ ਜਾਏ ਤੋਂ ਬਿਨਾਂ ਨਾਮ ਪ੍ਰਗਟ ਹੋਣਾ ਨਹੀਂ ਅੰਦਰੋਂ ਬਿਲਕੁਲ ਵੀ। ਨਾਮ ਰਤੇ ਸੱਚ ਰਹੇ ਸਮਾਏ, ਜਿਹੜੇ ਨਾਮ 'ਚ ਰੰਗੇ ਗਏ ਉਹੀ ਸੱਚ ਦੇ ਵਿੱਚ, ਉਹੀ ਪਰਮਾਤਮਾ ਦੇ ਵਿੱਚ ਸਮਾ ਜਾਂਦੇ। ਦੂਜਾ ਨਹੀਂ ਕੋਈ ਵੀ ਜਾ ਸਕਦਾ, ਕਿਉਂਕਿ ਵੇਵਲੈਂਥ ਦਾ ਫਰਕ ਹੁੰਦਾ। ਵੇਵਲੈਂਥਾਂ ਜੇ ਦੋ ਇੱਕੋ ਹੀ ਉਚਾਈ 'ਤੇ ਹੋਵੇ ਤਾਂ ਹੀ ਉਹਨਾਂ ਦਾ ਮੇਲ ਹੋ ਸਕਦਾ, ਅਦਰਵਾਈਜ਼ ਨਹੀਂ ਹੋ ਸਕਦਾ। ਹੁਣ ਗੁਰੂ ਗੁਰਮੁਖ ਇਹ ਸਾਰੇ ਹਉਮੈ ਰਹਿਤ ਹੁੰਦੇ। ਜਿੰਨਾ ਚਿਰ ਸਾਡੇ ਅੰਦਰ ਹਉਮੈ ਦਾ ਰੱਤੀ ਮਾਤਰ ਵੀ ਅੰਦਰ ਹੈ, ਸਾਡਾ ਉਹਦੇ ਨਾਲ ਮਿਲਾਪ ਨਹੀਂ ਹੋ ਸਕਦਾ। ਨਾਮ ਰਤੇ ਜੋਗ ਜੁਗਤ ਵਿਚਾਰ, ਇਹ ਜਿਹੜੀਆਂ ਯੋਗ ਦੀਆਂ ਜੁਗਤਾਂ ਹੈ, ਯੋਗੀਆਂ ਦੀਆਂ 84 ਆਸਣ ਹੈ, ਹੋਰ ਪਤਾ ਨਹੀਂ ਕਿਆ ਕਿਆ, ਜਿਹੜਾ ਪਿੰਗਲਾ ਹੈ, ਕੁੰਡਲਨੀ ਸੁਲਝਣੇ ਦੀਆਂ ਗੱਲਾਂ ਹੈ, ਕਮਲ ਦੇ ਫੁੱਲਾਂ ਦੀਆਂ ਵਿਚਾਰਾਂ ਹੈ। ਇਹ ਨਾਮ ਦੇ ਰਤਨ ਨਾਲੇ ਸਮਝ ਆਉਣੀਆਂ ਭਾਈ। ਬਾਹਰ ਦੀਆਂ ਪ੍ਰਕਿਰਿਆਵਾਂ ਸਰੀਰਕ ਤੌਰ ਪਰ ਜੋ ਕਰਦਾ ਯੋਗੀ, ਉਹਦੇ ਨਾਲ ਨਾਮ ਦਾ ਕੋਈ ਤਾਲੁਕ ਨਹੀਂ ਹੈ, ਕਿਉਂਕਿ ਇਹ ਗੁਰਬਾਣੀ 'ਚ ਆਉਂਦੀਆਂ। ਸਾਡੇ ਕੁਛ ਵਿਚਾਰਵਾਨ ਇਹਨਾਂ ਨੂੰ ਫਿਰ ਖੰਡਨ ਨਹੀਂ ਕਰਨਾ ਚਾਹੁੰਦੇ, ਉਹ ਨਾਲ ਲੈ ਕੇ ਚੱਲਣਾ ਚਾਹੁੰਦੇ ਆ। ਕੁੰਡਲਨੀ ਸੁਰਜੀ ਸਤ ਸੰਗਤ, ਪਰਮਾਨੰਦ ਗੁਰੂ ਮੁਖ ਮਚਾ। ਇਹ ਜਿਹੜੀ ਕੁੰਡਲਨੀ ਸੁਲਝਾਉਣੇ ਦੀਆਂ ਗੱਲਾਂ ਕਰਦੇ ਆ, 6 ਚੱਕਰਾਂ ਦੀਆਂ ਗੱਲਾਂ ਕਰਦੇ ਆ ਯੋਗੀ ਤੇ ਸਾਡੇ ਸਿੱਖ ਵਿਦਵਾਨ ਵੀ, ਇਹ ਭਾਈ ਸਾਧ ਸੰਗਤ ਦੇ ਵਿੱਚ ਸੁਲਝਦੀ ਹੈ। ਕੁੰਡਲਨੀ ਮਤਲਬ ਹੈ ਨਾਮ ਨਾਲ ਸੁਲਝਦੀ, ਬਾਕੀ ਦੀਆਂ ਵਿਚਾਰਾਂ ਹੇਚ ਹੈ, ਖਾਮ ਹੈ। ਕੋਈ ਸੱਪਣੀ ਸੁੱਪਣੀ ਅੰਦਰ ਨਹੀਂ ਹੁੰਦੀ ਜਿਹੜੀ ਉੱਪਰ ਨੂੰ ਚੜ੍ਹਦੀ ਹੈ। ਇਹ ਕਲਪਨਾ ਹੈ ਸਿਰਫ, ਇਹ ਸਬਜੈਕਟਿਵ ਚੀਜ਼ਾਂ ਹੈ, ਓਬਜੈਕਟਿਵ ਨਹੀਂ ਹੈ। ਦਾਸਰੇ ਨੇ ਦੇਖਿਆ ਸੁਣਿਆ ਵੀ ਹੈ, ਇਸ ਤਰ੍ਹਾਂ ਕਹਿੰਦੇ ਗੁਰਮੁਖਾਂ ਨੂੰ, ਗੁਰਮੁਖ ਨਾ ਕਹੀਏ ਉਹਨਾਂ ਨੂੰ, ਸਿੱਖਾਂ ਨੂੰ ਕਹਿ ਲਓ ਬਈ ਜੀ ਇਸ ਤਰ੍ਹਾਂ ਉੱਪਰ ਨੂੰ ਚੜ੍ਹਦਾ ਮੇਰੇ ਕੁਛ, ਫਿਰ ਮੇਰੇ ਦਿਮਾਗ ਦੇ ਪਿਛਲੇ ਪਾਸੇ ਤੋਂ ਉੱਪਰ ਆ ਜਾਂਦਾ, ਫਿਰ ਮੈਨੂੰ ਪ੍ਰਕਾਸ਼ ਹੋ ਜਾਂਦਾ ਹੈ। ਇਹ ਸਾਰੀਆਂ ਸੁਣੀਆਂ ਸੁਣਾਈਆਂ ਗੱਲਾਂ ਬਾਈ, ਇਹੋ ਜਿਹਾ ਕੁਛ ਹੁੰਦਾ ਨਹੀਂ। ਇਹ ਜੁਦੀ ਗੱਲ ਹੈ ਵੀ ਸਾਨੂੰ ਲੱਗਦਾ ਹੁੰਦਾ ਇਸ ਤਰ੍ਹਾਂ ਵੀ ਹੁੰਦਾ ਹੈ, ਸੁਣ ਸੁਣਾ ਕੇ। ਨਾਮ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ।
ਕੋਈ ਅੰਦਰ ਕੁੰਡਲਨੀ ਨਹੀਂ ਇਸ ਤਰ੍ਹਾਂ ਹੁੰਦੀ, ਨਾ ਹੀ ਕੋਈ ਸੱਪਣੀ ਹੁੰਦੀ ਹੈ ਜਿਵੇਂ ਜੋਗੀ ਕਹਿੰਦੇ, ਨਾ ਹੀ ਕੋਈ ਚੱਕਰ ਹੈ ਇਸ ਤਰ੍ਹਾਂ ਦੇ। ਇਹ ਸਿਰਫ ਆਤਮਾ ਦੇ ਵਿਕਾਸ ਦੇ ਪੜਾਅ ਹੈ। ਹੁਣ ਮਨ ਕਿਆ ਚੀਜ਼ ਹੈ, ਦੇਖਿਆ ਕਦੇ ਕਿਸੇ ਨੇ? ਰੱਬ ਕਿਸੇ ਦੇਖਿਆ ਕਿਸੇ ਨੇ ਇਸ ਤਰ੍ਹਾਂ ਸਬਜੈਕਟਿਵਲੀ, ਆਪਣਾ ਓਬਜੈਕਟਿਵਲੀ? ਪਰਮਾਤਮਾ, ਧਰਮਰਾਜ, ਇਹ ਸਾਰੇ ਜਿੰਨੇ ਕਨਸੈਪਟ ਹੈ ਇਹ ਸਬਜੈਕਟਿਵ ਹੈ। ਇਹਨਾਂ ਨੂੰ ਓਬਜੈਕਟਿਵ ਬਣਾ ਕੇ ਨਹੀਂ ਪੇਸ਼ ਕਰਨਾ ਚਾਹੀਦਾ, ਨਾ ਹੀ ਇਸ ਤਰ੍ਹਾਂ ਹੈਗੇ। ਸਾਡੀ ਜਿਹੜੀ ਬੁੱਧੀ ਹੈ ਉਹ ਓਬਜੈਕਟਿਵ ਸਮਝਦੀ ਹੈ ਇਹਨਾਂ ਨੂੰ, ਇਸੇ ਤਰ੍ਹਾਂ ਕੁੰਡਲਨੀ ਨੂੰ ਔਰ ਚੱਕਰਾਂ ਨੂੰ ਸਮਝਦੀ ਹੈ। ਸਬਜੈਕਟਿਵ ਚੀਜ਼ਾਂ ਨੂੰ ਕਦੇ ਵੀ ਪ੍ਰੂਵ ਇਸ ਤਰ੍ਹਾਂ ਨਹੀਂ ਕਰਿਆ ਜਾ ਸਕਦਾ। ਰੱਬ ਦਾ ਕੋਈ ਪ੍ਰਮਾਣ ਨਹੀਂ ਦੇ ਸਕਦਾ ਵੀ ਰੱਬ ਹੈ, ਲੇਕਿਨ ਹੈ ਤਾਂ ਸਹੀ ਲਖੈ ਜੋ ਕੋਈ। ਲੇਕਿਨ ਇਹ ਸਾਰਾ ਸਬਜੈਕਟਿਵ ਚੀਜ਼ਾਂ। ਨਾਮ ਰਤੇ ਪਾਵੈ ਮੋਖ ਦੁਆਰ, ਮੁਕਤੀ ਦਾ ਦੁਆਰਾ ਨਾਮ ਦੇ ਨਾਲ ਰੰਗਣ ਨਾਲ ਪਾਇਆ ਜਾਂਦਾ ਹੈ। ਨਾਮ ਰਤੇ ਤਿਰਭਵਨ ਸੋਝੀ ਹੋਏ। ਸਾਧ ਸੰਗਤ ਜੀ, ਉਹ ਦਾਸਰੇ ਨੂੰ ਵੀ ਕਈ ਵਾਰ ਹੁਣ ਵੀ ਨੈੱਟ ਦੇ ਉੱਪਰ ਵੀ ਪੁੱਛੇ ਜਾਂਦੇ ਇਹੋ ਜਿਹੇ ਸਵਾਲ, ਬਈ 10ਵਾਂ ਦੁਆਰ ਕਿੱਥੇ ਹੈ ਜੀ? ਅਸੀਂ ਓਬਜੈਕਟਿਵਲੀ ਸੋਚਦੇ ਹਾਂ ਸਾਰਾ ਕੁਛ, ਇਸ ਤਰ੍ਹਾਂ ਦੀ ਬਾਤ ਨਹੀਂ ਹੈ। ਬੱਜਰ ਕਪਾਟ ਕਾਇਆ ਗੜ ਭੀਤਰ, ਸਾਡੀ ਜਿਹੜੀ ਇਹ ਸਰੀਰ ਹੈ ਇਹਦੇ ਵਿੱਚ ਬੱਜਰ ਦੇ ਕਪਾਟ ਹੈ, ਪੱਥਰ ਦੇ ਕਪਾਟ ਹੈ। ਇਹ ਸਬਜੈਕਟਿਵ ਬਾਤ ਹੈ। ਅੰਦਰ ਕਿਤੇ ਪੱਥਰ ਦਾ ਕੋਈ ਦਰਵਾਜ਼ਾ ਨਹੀਂ ਹੈ, ਜੇ ਆਪਾਂ ਸਮਝੀਏ ਇਹਨੂੰ। ਬੱਜਰ ਕਪਾਟ ਕਾਇਆ ਗੜ ਭੀਤਰ, ਕੂੜ ਕੁਸਤ ਅਭਿਮਾਨੀ। ਇਹ ਝੂਠ, ਕੂੜ ਕੁਸਤ ਹੈ ਜਿਹੜਾ, ਹਉਮੈ, ਇਹੀ ਦਰਵਾਜ਼ਾ ਹੈ। ਇਹ ਸਬਜੈਕਟਿਵ ਗੱਲ ਹੈ, ਇਹਨੂੰ ਭੇਦਣਾ ਪੈਣਾ। ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ, ਇਹ ਜਿਹੜੀ ਝੂਠ ਦੀ ਪਾਲ ਹੈ ਇਹੀ ਦਰਵਾਜ਼ਾ, ਇਹੀ ਪੱਥਰ ਦਾ ਮੀਨ ਵੀ ਬਹੁਤ ਕਰੜਾ, ਇਹ ਟੁੱਟਦਾ ਨਹੀਂ ਛੇਤੀ। ਮਨੁੱਖ ਦੇ ਆਪਣੇ ਯਤਨਾਂ ਨਾਲ ਇਹ ਟੁੱਟਦਾ ਨਹੀਂ, ਇਹ ਗੁਰੂ ਦੀ ਕਿਰਪਾ ਬਿਨਾਂ ਨਹੀਂ ਟੁੱਟਦਾ। ਇਸੇ ਕਰਕੇ ਇਹ ਬੱਜਰ ਹੈ। ਤੋ 10ਵਾਂ ਦੁਆਰ ਕਿੱਥੇ ਹੈ? ਇਹ ਸਾਰਾ ਅਨਾੜੀਪਣਾ ਹੈ। ਪਰਮਾਤਮਾ ਨੂੰ 10ਵੇਂ ਦੁਆਰ ਨੂੰ ਓਬਜੈਕਟਿਵ ਸਮਝ ਕੇ ਸੋਚ ਰਹੇ ਹਾਂ। ਉਹ ਭਾਈ ਜਿੱਦਣ ਸਾਡੀ ਹਉਮੈ ਗੁਰੂ ਨੇ ਤੋੜ ਦਿੱਤੀ, ਕਿਰਪਾ ਹੋ ਗਈ, ਬਹੁਤ ਵਿਰਲੀ ਪ੍ਰਕਿਰਿਆ। ਜਣਾ ਖਣਾ ਨਾ ਆਪਣੇ ਉੱਪਰ ਲਾ ਕੇ ਬਹਿ ਜਾਵੇ ਵੀ ਮੇਰਾ 10ਵਾਂ ਦੁਆਰ ਖੁੱਲ੍ਹ ਗਿਆ, ਨੋ, ਇਹ ਬਹੁਤ ਵਿਰਲਾ ਹੈ। ਜਿੱਦਣ ਸਾਡੀ ਹਉਮੈ ਤੋੜਤੀ, ਕੂੜ ਕੁਸਤ ਦੀ ਜਿਹੜੀ ਪਾਲ ਹੈ ਅੰਦਰ, ਦਰਵਾਜ਼ੇ ਉਹ ਭੰਨ ਦਿੱਤੇ, 10ਵਾਂ ਦੁਆਰ ਖੁੱਲ੍ਹ ਗਿਆ। 10ਵਾਂ ਦੁਆਰ ਤਾਂ ਜੋਗੀਆਂ ਦੀ ਟਰਮ ਹੈ, ਉੱਥੋਂ ਹੀ ਲਈ ਹੈ ਗੁਰੂ ਸਾਹਿਬ ਨੇ ਔਰ ਭਗਤਾਂ ਨੇ। ਤੋ 10ਵਾਂ ਦੁਆਰ ਖੁੱਲ੍ਹਣ ਦਾ ਮਤਲਬ ਇਹੀ ਹੈ ਹਉਮੈ ਟੁੱਟਣਾ, ਮੋਟੇ ਸ਼ਬਦਾਂ 'ਚ। ਇਹ ਸਬਜੈਕਟਿਵ ਚੀਜ਼ ਹੈ। ਇਹ ਗੱਲ ਜੁਦੀ ਹੈ ਵੀ ਕਿਉਂਕਿ ਸਾਰੀ ਸੋਚ ਵਿਚਾਰ ਔਰ ਮੈਮਰੀ, ਯਾਦ ਸ਼ਕਤੀ, ਜੋ ਵੀ ਆਪਾਂ ਸੋਚਦੇ ਕਰਦੇ ਹਾਂ, ਕਲਪਦੇ ਹਾਂ, ਉਹ ਸਾਰੀ ਦਾ ਜਿਹੜਾ ਕੇਂਦਰ ਹੈ, ਮਰਕਜ਼ ਹੈ, ਉਹ ਦਿਮਾਗ ਹੈ। ਹਾਰਟ ਨਹੀਂ ਹੈ, ਦਿਲ ਨਹੀਂ ਹੈ। ਗੁਰਬਾਣੀ 'ਚ ਉਹਨੂੰ ਮਨ ਜਾਂ ਦਿਲ ਵੀ ਕਿਹਾ ਜਾਂਦਾ ਹੈ, ਜਿੱਥੇ ਪਰਮਾਤਮਾ ਦਾ ਵਾਸਾ ਵੀ ਹੈ। ਲੇਕਿਨ ਉਹ ਸਾਰੀ ਪ੍ਰਕਿਰਿਆ ਦਿਮਾਗ 'ਚ ਹੁੰਦੀ ਹੈ। ਗੁਰਬਾਣੀ ਦਾ ਮਨ ਦਿਮਾਗ ਹੈ। ਦਿਮਾਗ ਵੀ ਓਬਜੈਕਟਿਵ ਨਹੀਂ ਜਿਹੜਾ ਮਾਸ ਦਾ ਲੋਸੜਾ, ਨੋ, ਜਿਹੜੀ ਉਹਦੇ 'ਚ ਸੋਚ ਵਿਚਾਰ ਚੱਲਦੀ ਹੈ, ਉਹ ਜਿਹੜੀ ਸਮਝਣ ਦੀ, ਬੋਲਣ ਦੀ ਔਰ ਚੰਗੇ ਮਾੜੇ ਦੀ ਪਛਾਣ ਦੀ, ਉਹ ਜੋ ਕੁਛ ਵੀ ਹੈ ਉਹ ਮਨ ਹੈ। ਸੋਚ ਵਿਚਾਰ ਜਿਹੜਾ ਕਰਦਾ ਉਹ ਦਿਮਾਗ ਦੇ ਵਿੱਚ ਹੁੰਦਾ ਜ਼ਰੂਰ, ਉਹਦੀ ਲੋਕੇਸ਼ਨ ਦਿਮਾਗ ਹੈ, ਦਿਮਾਗ ਓਬਜੈਕਟਿਵ ਹੈ। 10ਵਾਂ ਦੁਆਰ ਓਬਜੈਕਟਿਵ ਨਹੀਂ ਹੈ, ਨਾ ਹੀ ਉਹਨੂੰ ਕੋਈ ਦਰਵਾਜ਼ਾ ਇਸ ਤਰ੍ਹਾਂ ਦਾ ਲੱਗਿਆ। ਉਹ ਸਿਰਫ ਸਬਜੈਕਟਿਵ ਚੀਜ਼ਾਂ ਹੈ ਵੀ ਜਿੰਨਾ ਚਿਰ ਕੂੜ ਨਹੀਂ ਟੁੱਟਦਾ ਸਾਡੇ ਅੰਦਰੋਂ ਨਿਕਲਦਾ, ਹਉਮੈ ਨਹੀਂ ਟੁੱਟਦੀ ਗੁਰੂ ਦੁਆਰਾ, ਨਹੀਂ ਸਾਡਾ ਅੰਦਰ ਦਰਵਾਜ਼ਾ ਖੁੱਲ੍ਹਦਾ। ਬਾਕੀ ਦੇ 9 ਦਰਵਾਜ਼ੇ ਤਾਂ ਬਾਹਰ ਨੂੰ ਖੁੱਲ੍ਹੇ ਹੋਏ ਆ, ਲੇਕਿਨ ਜਿਹੜਾ 10ਵੇਂ ਦੁਆਰ ਦਾ ਦਰਵਾਜ਼ਾ ਉਹ ਅੰਦਰ ਨੂੰ ਖੁੱਲ੍ਹਦਾ, ਅੰਦਰ ਨੂੰ ਪੁਸ਼ ਕਰਿਆ ਜਾਂਦਾ। ਉਹ ਬਾਕੀ ਦਰਵਾਜ਼ੇ ਤਾਂ ਪੁੱਲ ਹੋਏ ਆਪਣੇ ਆਪੇ ਖੁੱਲ੍ਹੇ। 10ਵਾਂ ਦੁਆਰ ਦਾ ਜਿਹੜਾ ਦਰਵਾਜ਼ਾ ਉਹ ਬੰਦ ਹੈ, ਉਹ ਅੰਦਰ ਨੂੰ ਪੁਸ਼ ਕਰਕੇ ਖੁੱਲ੍ਹਣਾ, ਗੁਰੂ ਦੁਆਰਾ ਹਉਮੈ ਤੋੜ ਕੇ ਖੁੱਲ੍ਹਣਾ। ਇਹ ਵੀ ਸਬਜੈਕਟਿਵ ਚੀਜ਼ ਹੈ, ਦਰਵਾਜ਼ਾ ਅਸਲ 'ਚ ਕੋਈ ਨਹੀਂ ਹੈ, ਸਮਝਣ ਦੀ ਬਾਤ। ਨਾਮ ਰਤੇ ਤਿਰਭਵਨ ਸੋਝੀ ਹੋਏ, ਜਦੋਂ ਨਾਮ ਦੇ ਵਿੱਚ ਰੰਗ ਗਿਆ, ਤਿੰਨਾਂ ਭਵਨਾਂ ਦੀ ਸੋਝੀ ਉਦੋਂ ਹੋਣੀ ਹੈ। ਬੇਸ਼ੱਕ ਸਾਇੰਸ ਵੀ ਖੋਜ ਕਰਦੀ ਹੈ ਸਾਰਿਆਂ ਭਵਨਾਂ ਦੀ, ਤਾਰਿਆਂ ਸਿਆਰਿਆਂ ਦੀ,
ਪਰ ਇਹ ਬਾਹਰ ਦੀ ਖੋਜ ਹੈ। ਤ੍ਰਿਭਵਨ ਵਿੱਚ ਤਾਂ ਦਿਸਦਾ ਅਣਦਿਸਦਾ ਬਹੁਤ ਕੁਛ ਹੈ। ਦਿਸਦਾ ਤਾਂ ਬਲਕਿ ਬਹੁਤ 10ਵਾਂ ਹਿੱਸਾ ਹੀ ਹੈ, 9 ਹਿੱਸੇ ਤਾਂ ਲੁਪਤ ਹੈ। ਇਹ ਸਭ ਕਾਸੇ ਦੀ ਸੋਝੀ ਨਾਮ ਦੇ ਰੰਗਣ ਨਾਲ ਆ ਜਾਂਦੀ ਹੈ। ਨਾਨਕ ਨਾਮ ਰਤੇ ਸਦਾ ਸੁੱਖ ਹੋਏ, ਸਦਾ ਆਨੰਦ ਨਾਮ ਦੇ ਨਾਲ ਬਣਨਾ ਹੈ। ਦੁਨਿਆਵੀ ਸੁੱਖ ਦੀ ਗੱਲ ਨਹੀਂ ਹੋ ਰਹੀ ਉਰੇ, ਸੁੱਖ ਦੇ ਖੱਖੇ ਨੂੰ ਔਂਕੜ ਲੱਗੀ ਹੈ। ਦੈਟ ਮੀਨਸ ਵੀ ਇੱਕੋ ਹੀ ਸੁੱਖ, ਯਾਨੀ ਆਨੰਦ ਵਾਲਾ ਸੁੱਖ, ਜਿਹੜਾ ਪਰਮਾਤਮਾ ਨਾਲ ਜੁੜ ਕੇ ਹੁੰਦਾ, ਜਿਹਦੇ ਬਰਖਲਾਫ ਕੋਈ ਦੁੱਖ ਨਹੀਂ ਹੁੰਦਾ, ਫਿਰ ਉਹ ਵੱਧਦਾ ਹੀ ਜਾਂਦਾ ਹੁੰਦਾ ਹਮੇਸ਼ਾ। ਤੋ ਨਾਮ ਦੇ ਨਾਲ ਰੰਗਣ ਕਰਕੇ ਇਹ ਸਦਾ ਸੁੱਖ ਜਿਹੜਾ ਆਨੰਦ ਹੈ ਉਹ ਬਣਨਾ ਹੈ। ਨਾਮ ਰਤੇ ਸਿੱਧ ਗੋਸ਼ਟ ਹੋਏ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨੂੰ ਸਿੱਧ ਨੂੰ ਪਰਮਾਤਮਾ ਵਾਸਤੇ ਵਰਤਿਆ, ਵੀ ਇੱਥੇ ਪਰਮਾਤਮਾ ਦੇ ਨਾਲ ਜਿਹੜੀ ਗੋਸ਼ਟੀ ਹੁੰਦੀ ਹੈ ਉਹ ਨਾਮ ਦੇ ਰੰਗਣ ਕਰਕੇ ਹੁੰਦੀ ਹੈ। ਕੋਈ ਬੁਰਾਈ ਨਹੀਂ ਹੈ ਇਸ ਗੱਲ ਵਿੱਚ ਵੀ, ਲੇਕਿਨ ਜਿਹੜੀ ਸਿੱਧਾਂ ਨਾਲ ਗੋਸ਼ਟ ਹੋ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਉਹ ਵੀ ਤਾਂ ਨਾਮ ਦੇ ਨਾਲ ਰੰਗਣ ਕਰਕੇ ਹੀ ਹੋ ਰਹੀ ਹੈ। ਬੇਸ਼ੱਕ ਇੱਕ ਪਾਸੇ ਨਾਮ ਨਹੀਂ ਹੈ, ਉਹ ਸਵਾਲ ਕਰਦੇ ਹੈ ਆਪਣੀ ਬੁੱਧੀ 'ਚੋਂ। ਬੁੱਧੀ ਵੀ ਬਹੁਤ ਐਡਵਾਂਸ ਜਿਹੜੀ ਸਤੋਗੁਣੀ ਹੈ, ਜਿਹਦੇ ਵਿੱਚ ਸੱਤ ਦਾ ਗਿਆਨ ਹੈਗਾ, ਲੇਕਿਨ ਨੂਰਾਨੀ ਗਿਆਨ ਅਜੇ ਨਹੀਂ ਹੈ। ਉਹ ਨੂਰਾਨੀ ਗਿਆਨ ਦੇ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਸਿੱਧ ਗੋਸ਼ਟ ਕਰ ਰਹੇ ਹਨ। ਤੋ ਨਾਮ ਰਤੇ ਸਦਾ ਤਪ ਹੋਏ। ਜਿਹੜਾ ਤਪ ਹੈ ਉਹ ਨਾਮ ਦੇ ਰੰਗਣ ਨਾਲ ਹੋਣਾ ਹੈ। ਇਹ ਸਰੀਰਕ ਜਿਹੜੇ ਤਪ ਹੈ ਉਹਨਾਂ ਦੀ ਗੁਰਬਾਣੀ ਨੇ ਮਾਨਤਾ ਨਹੀਂ ਕਰੀ ਹੈ। ਗੁਰ ਕੀ ਸੇਵਾ ਇਹ ਤਪ ਪ੍ਰਵਾਨ, ਗੁਰੂ ਦੀ ਸੇਵਾ, ਸਾਧ ਸੰਗਤ ਦੀ ਸੇਵਾ, ਇਹੀ ਤਪ ਹੈ। ਕੋਈ ਸਰੀਰ ਨੂੰ ਯਾਤਨਾਵਾਂ ਦੇ ਕੇ ਪੁੱਠੇ ਸਿੱਧੇ ਲਟਕਣਾ, ਉਹ ਨਹੀਂ ਤਪ ਹੈ। ਨਾਮ ਰਤੇ ਸੱਚ ਕਰਨੀ ਸਾਰ। ਜਿਹੜਾ ਸਾਰ ਹੈ, ਨਿਚੋੜ ਹੈ ਸੱਚ ਦਾ, ਕਰਨੀ ਦਾ, ਉਹ ਨਾਮ ਦੇ ਰੰਗਣ ਨਾਲ ਆਉਣਾ ਭਾਈ। ਕਿਉਂਕਿ ਸੱਚੋਂ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਸੱਚ ਦਾ ਆਚਰਨ ਜੇ ਨਾਮ ਵਿੱਚੋਂ ਨਿਕਲਿਆ ਵਾ ਹੋਊਗਾ ਉਹ ਸ੍ਰੇਸ਼ਟ ਹੈ, ਉਹੀ ਤੱਤ ਹੈ। ਨਾਮ ਰਤੇ ਗੁਣ ਗਿਆਨ ਵਿਚਾਰ। ਨਾਮ ਦੇ ਰੰਗਣ ਨਾਲ ਜਿਹੜੇ ਗੁਣ ਹੈ, ਗਿਆਨ ਹੈ, ਵਿਚਾਰ ਹੈ, ਉਹ ਆਉਂਦੇ ਹੈ। ਬਾਕੀ ਦੁਨੀਆ ਦਾ ਜਿਹੜਾ ਚੁੰਚ ਗਿਆਨ ਹੈ ਉਹਦੀ ਉੱਥੇ ਕੋਈ ਕੀਮਤ ਨਹੀਂ। ਬਿਨ ਨਾਵੇਂ ਬੋਲੇ ਸਭ ਬੇਕਾਰ। ਨਾਮ ਤੋਂ ਬਿਨਾਂ ਜੋ ਵੀ ਆਪਾਂ ਬੋਲਦੇ ਹਾਂ ਉਹ ਬੇਕਾਰ ਹੈ। ਦੂਜਾ ਭਾਵ ਹੈ ਜਿਹੜਾ ਉਹ ਬੇਕਾਰ ਹੈ, ਫਿੱਕਾ ਵੀ ਹੈ, ਬੇਕਾਰ ਵੀ ਹੈ, ਔਰ ਦੁਖਦਾਈ ਵੀ ਹੈ। ਨਾਨਕ ਨਾਮ ਰਤੇ ਤਿੰਨ ਕੋ ਜੈਕਾਰ। ਜਿਹੜੇ ਨਾਮ 'ਚ ਰੰਗੇ ਗਏ ਉਹਨਾਂ ਦੀ ਜੈਕਾਰ ਹੈ, ਉਹਨਾਂ ਨੂੰ ਵਾਹ ਵਾਹ ਹੈ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਫਿਰ ਇਹ ਨਾਮ ਕਿੱਥੋਂ ਮਿਲਦਾ ਭਾਈ? ਪੂਰੇ ਗੁਰੂ ਤੋਂ, ਗੁਰਬਾਣੀ ਤੋਂ। ਕਿਉਂਕਿ ਗੁਰੂ ਜਿਹੜਾ ਹੋਊਗਾ, ਗੁਰਬਾਣੀ ਉਹਦੇ ਅੰਦਰ ਵਸੀ ਹੋਈ ਹੈ। ਸਾਧ ਸੰਗਤ ਜੀ, ਉਹ ਅਸੀਂ ਕੰਠ ਕਰੀ ਹੋਈ ਹੈ, ਸਾਡੇ ਅੰਦਰ ਕੰਠ ਕਰਨਾ ਹੋਰ ਚੀਜ਼ ਹੈ, ਵਸਣਾ ਹੋਰ ਚੀਜ਼ ਹੈ। ਕੰਠ ਕੋਈ ਵੀ ਕਰ ਸਕਦਾ ਹੈ, ਪਰ ਵਸਣੇ ਵਾਲਾ ਬਹੁਤ ਬਿਰਲਾ ਬੰਦਾ ਹੁੰਦਾ। ਜੋਗ ਜੁਗਤ ਸੱਚ ਰਹਿ ਸਮਾਏ। ਇਹ ਜਿਹੜੀਆਂ ਯੋਗ ਦੀਆਂ ਜੁਗਤੀਆਂ ਜੋਗੀ ਦੱਸਦੇ ਆ, ਉਹਨਾਂ ਨਾਲ ਨਹੀਂ ਭਾਈ ਸੱਚ ਵਿੱਚ ਰਚ ਹੋਣਾ, ਕੇਵਲ ਨਾਮ ਨਾਲ। ਫੇਰ ਸੱਚ ਵਿੱਚ ਰਚ ਹੋ ਜਾਊਗਾ, ਗੁਰੂ ਤੇ ਮਿਲਣੀਆਂ ਬਾਤਾਂ। 12 ਮੈਂ ਜੋਗੀ ਭਰਮਾਏ, ਸੰਨਿਆਸੀ 6 4। 12 ਫਿਰਕੇ ਹੈ ਜੋਗੀਆਂ ਦੇ, ਸੰਨਿਆਸੀਆਂ ਦੇ 6 ਔਰ 4 10 ਹੈ। ਉਹ ਇਹਨਾਂ ਵਿੱਚੇ ਭਟਕਦੇ ਰਹਿੰਦੇ। ਮੈਂ ਸ੍ਰੇਸ਼ਟ ਹੈ, ਦੂਜਾ ਕਹਿੰਦਾ ਮੈਂ ਸ੍ਰੇਸ਼ਟ ਹੈ, ਕੋਈ ਆਈ ਪੰਥੀ ਹੈ, ਕੋਈ ਪੰਥੀ ਹੈ। ਗੁਰ ਕੈ ਸ਼ਬਦ ਜੋ ਮਰ ਜੀਵੈ, ਸੋ ਪਾਏ ਮੋਖ ਦੁਆਰ। ਜਿਹੜਾ ਗੁਰੂ ਦੇ ਸ਼ਬਦ ਦੇ ਅਨੁਸਾਰ ਮਰ ਜਾਂਦਾ ਹੈ, ਜੀਵਤ ਮ੍ਰਿਤਕ ਹੋ ਜਾਂਦਾ ਹੈ, ਮੁਕਤੀ ਦਾ ਦੁਆਰਾ ਉਹਨੂੰ ਮਿਲਣਾ ਹੈ 6 10 ਜਾਂ 12 ਜਾਂ 4। ਇਹਨਾਂ ਦੇ ਵਿੱਚ ਭਟਕ ਕੇ ਕੁਛ ਨਹੀਂ ਬਣਨਾ ਹੈ। ਬਿਨ ਸ਼ਬਦ ਹੈ ਸਭ ਦੂਜੇ ਲਾਗੇ, ਦੇਖੋ ਹਿਰਦੈ ਵਿਚਾਰ। ਦੇਖੋ ਕਿੱਡੀ ਬੜੀ ਸਟੇਟਮੈਂਟ ਗੁਰੂ ਸਾਹਿਬ ਦੇ ਰਹੇ, ਸਮਝਣ ਵਾਲੀ ਬਾਤ ਹੈ। ਸ਼ਬਦ ਤੋਂ ਬਿਨਾਂ ਸਭ ਦੂਜੇ 'ਚ ਲੱਗੇ ਹੋਏ ਹੈ, ਕਿਉਂਕਿ ਇੱਕ ਦੀ ਸੋਝੀ ਕੋਈ ਨਹੀਂ ਹੈ। ਇੱਕ ਦੀ ਸੋਝੀ ਸ਼ਬਦ ਨੇ ਦੇਣੀ ਹੈ, ਗੁਰੂ ਨੇ ਦੇਣੀ ਹੈ, ਗੁਰਮੁਖ ਨੇ ਦੇਣੀ। ਨਹੀਂ ਤਾਂ ਇਟ ਇਜ਼ ਆਲ ਡੁਅਲਿਟੀ ਔਰ ਐਲਸ। ਸਭ ਦੂਜਾ ਭਾਵ ਹੈ। ਜਿੰਨਾ ਚਿਰ ਏਕਾ ਨਹੀਂ ਬਣਦਾ, ਜੋ ਵੀ ਆਪਾਂ ਸੋਚਦੇ ਹਾਂ ਉਹ ਵੀ ਦੂਜਾ ਹੈ, ਜੋ ਕਰਦੇ ਹਾਂ ਉਹ ਵੀ ਦੂਜਾ ਹੈ, ਜੋ ਵਰਤਦੇ ਹਾਂ ਉਹ ਵੀ ਦੂਜਾ ਹੈ, ਸਭ ਦੂਜਾ ਹੈ। ਕੂੜ ਕਿਰਿਆ ਉਰਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ।
ਦੇਖਣ ਨੂੰ ਲੱਗਦਾ ਵੀ ਇਹ ਰੱਬ ਦੇ ਬੰਦੇ ਹੈ, ਪੂਜਾ ਅਰਚਾ ਵੀ ਕਰਦੇ ਹੈ, ਸੋ ਕਾਲ ਪੁੰਨਦਾਨ ਵੀ ਕਰਦੇ, ਸੇਵਾ ਵੀ ਕਰਦੇ, ਸੋ ਕਾਲ ਹੋਰ ਬਹੁਤ ਕੁਛ ਕਰਦੇ, ਤੀਰਥ ਵੀ ਕਰਦੇ ਹੈ। ਲੇਕਿਨ ਇਹ ਸਭ ਦੂਜਾ ਹੈ। ਇਹ ਹੈ ਵਿਚਾਰ ਗੁਰਬਾਣੀ ਦੀ। ਏਕੇ ਚੋਂ ਨਿਕਲਿਆ ਵਾ ਕੋਈ ਵੀ ਕਰਮ ਪਵਿੱਤਰ ਹੈ। ਏਕੇ ਤੋਂ ਬਿਨਾਂ ਦੂਜੇ 'ਚ ਕਰਿਆ ਜਾਂਦਾ ਕੋਈ ਵੀ ਕਰਮ ਜਿਹੜਾ ਉਹ ਬੇਕਾਰ ਹੈ। ਉਹਦੀ ਬਹੁਤ ਘੱਟ ਪ੍ਰਾਪਤੀ ਹੈ। ਉਹ ਨਸ਼ਵਰ ਹੁੰਦਾ, ਜੋ ਕੁਛ ਉਹਦਾ ਫਲ ਹੈ ਉਹ ਚਿਰ ਸਥਾਈ ਨਹੀਂ ਹੁੰਦਾ। ਨਾਮ ਦੀ ਹਰ ਗੱਲ, ਏਕੇ ਦੀ ਹਰ ਗੱਲ ਸਥਾਈ ਹੁੰਦੀ ਹੈ, ਅਮਰ ਹੁੰਦੀ ਹੈ। ਨਾਨਕ ਵੱਡੇ ਸੇ ਵਡਭਾਗੀ, ਜਿਨੀ ਸੱਚ ਰੱਖਿਆ ਔਰਤਾਰ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਵੀ ਵਡਭਾਗੇ ਉਹ ਹੈ ਜਿਨ੍ਹਾਂ ਨੇ ਸੱਚ ਨੂੰ ਅੰਦਰ ਧਾਰ ਲਿਆ, ਨਾਮ ਨੂੰ ਅੰਦਰ ਪ੍ਰਗਟ ਕਰ ਲਿਆ। ਵਡਭਾਗੇ ਉਹ ਹੈ। ਵਡਭਾਗਾ ਉਹ ਨਹੀਂ ਹੈ ਜਿਹੜਾ ਸਿੱਧੀਆਂ ਪ੍ਰਾਪਤ ਕਰਕੇ ਹਵਾ ਦੇ ਵਿੱਚ ਔਂਕੜਾ ਮਾਰੀ ਬੈਠਾ ਹੈ। ਵਡਭਾਗਾ ਉਹ ਨਹੀਂ ਹੈ ਜਿਹੜਾ ਸੀਰਸ ਆਸਣ ਕਰਦਾ ਹੈ। ਵਡਭਾਗਾ ਉਹ ਹੈ ਜਿਹਦੇ ਸਹਿਜ ਦੇ ਵਿੱਚ ਅੰਦਰ ਨਾਮ ਪ੍ਰਗਟ ਹੋ ਗਿਆ। ਗੁਰਬਾਣੀ ਦਾ ਮਾਰਗ ਬਿਲਕੁਲ ਦੂਜਾ ਮਾਰਗਾਂ ਤੋਂ ਅਲੱਗਾ ਹੈ। ਇਹ ਏਕੇ ਦਾ ਮਾਰਗ ਹੈ, ਉੱਧਰ ਦੂਜੇ ਦੇ ਮਾਰਗ ਨੇ ਸਾਰੇ। ਸਾਡਾ ਜਿਹੜੀ ਸੰਸਾਰਕ ਬੁੱਧੀ ਹੈ ਇਹ ਭਰਮਦੀ ਹੈ, ਭਟਕਦੀ ਹੈ ਦੂਜੇ ਨੂੰ ਦੇਖ ਕੇ, ਦੂਜੇ ਦੇ ਵਿੱਚ ਕਰਾਮਾਤਾਂ ਹੁੰਦੀਆਂ ਉਹਨਾਂ ਨੂੰ ਦੇਖ ਕੇ। ਕਰਾਮਾਤ ਤਾਂ ਏਕੇ 'ਚ ਵੀ ਵਰਤਦੀ ਹੈ, ਪਰ ਉਹ ਗੁਰੂ ਦੇ ਹੁਕਮ 'ਚ ਹੁੰਦੀ ਹੈ, ਰੱਬ ਦੇ ਹੁਕਮ 'ਚ ਹੁੰਦੀ ਹੈ। ਜਿਹੜੀਆਂ ਸਿੱਧੀ ਦੀਆਂ ਕਰਾਮਾਤਾਂ ਹੈ ਦੂਜੇ ਵਿੱਚ, ਉਹਨਾਂ ਦਾ ਖੰਡਨ ਹੈ ਗੁਰਬਾਣੀ 'ਚ। ਕਰਾਮਾਤ ਹੁੰਦੀ ਹੈ ਅਣਹੋਣੀ ਗੱਲ, ਜਿਹੜੀ ਨੋਰਮਲ ਲਾਜ਼ ਹੈ ਜਿਹੜੇ ਕੁਦਰਤ ਦੇ, ਉਹਨਾਂ ਤੋਂ ਉਲਟ ਹੋਵੇ। ਹੋਣੀ ਉਹ ਪਰਮਾਤਮਾ ਦੇ ਭਾਣੇ 'ਚ ਉਹ ਵੀ ਹੁੰਦੀ ਹੈ, ਪਰ ਉਹ ਕਿਉਂਕਿ ਪਰਮਾਤਮਾ ਨੂੰ ਆਪਾਂ ਸਰਵੱਗ ਮੰਨਦੇ ਹਾਂ, ਉਹ ਕੁਛ ਵੀ ਕਰ ਸਕਦਾ। ਦੁਨੀਆ ਪੈਦਾ ਕਰਨੀ ਨਾ ਕਰਨੀ ਇਹ ਵੀ ਤਾਂ ਕਰਾਮਾਤ ਹੈ। ਮਰ ਕੇ ਕਿੱਥੇ ਚਲੇ ਜਾਂਦਾ ਇਹ ਵੀ ਕਰਾਮਾਤ ਹੈ। ਸੋਚਣਾ ਉਹਨੇ ਤਾਂ ਕਰਨੀਆਂ ਹੀ ਕਰਨੀਆਂ ਚੀਜ਼ਾਂ, ਪਰ ਜੇ ਕੋਈ ਬੰਦਾ ਉਹਦੀ ਰੀਸ ਕਰਕੇ ਕਰੇ, ਕਰਾਮਾਤ ਵਰਤਾਵੇ, ਹਵਾ ਦੇ ਵਿੱਚੋਂ ਭਭੂਤੀ ਨਾਲ ਅੱਗ ਲਾ ਦੇਵੇ ਕੱਢ ਕੇ, ਦਿਸ ਇਜ਼ ਆਲ ਨੌਨਸੈਂਸ। ਇਹਨੂੰ ਗੁਰਬਾਣੀ ਨੇ ਮਾਨਤਾ ਨਹੀਂ ਦਿੱਤੀ। ਇਹ ਦੁਨੀਆਦਾਰੀ ਦੀਆਂ ਵਡਿਆਈਆਂ ਝੂਠੀਆਂ, ਸਿੱਧੀਆਂ ਦੀਆਂ ਕਾਲੇ ਇਲਮ ਦੀਆਂ। ਹੁਣ ਅੱਜ ਤਾਂ ਬਾਬਾ ਨਾਮਦੇਵ ਜੀ ਖਾਤਰ ਗਾਂ ਜਿਉਂਦੀ ਹੋਈ ਗੁਰਬਾਣੀ ਦਾ ਫਰਮਾਨ ਹੈ। ਕਬੀਰ ਜੀ ਦੀਆਂ ਬੇੜੀਆਂ ਟੁੱਟੀਆਂ ਗੰਗਾ ਦੇ ਪਾਣੀ ਨਾਲ, ਸਦਨੇ ਖਾਤਰ ਦੀਵਾਰ ਗਿਰੀ, ਹਾਥੀ ਦੇ ਪੈਰਾਂ 'ਚੋਂ ਭਗਤਾਂ ਨੂੰ ਬਚਾਇਆ। ਕਰਾਮਾਤਾਂ ਤਾਂ ਉਹ ਵੀ ਹੈ, ਪਰ ਉਹ ਕਰ ਹੈ ਰਾਮ ਹੋਏ ਹੈ ਸੋਏ। ਬਾਬਾ ਜੀ ਫਰਮਾਉਂਦੇ, ਬਾਬਾ ਨਾਮਦੇਵ ਜੀ, ਮੇਰਾ ਕੀਆ ਕਛੂ ਨ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਮੈਂ ਕਿਆ ਕਰ ਸਕਦਾ, ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ। ਅੱਜ ਤਾਈਂ ਕੋਈ ਮਰਿਆ ਵਾ ਜਿਉਂਦਾ ਹੋਇਆ, ਤੂੰ ਕਹਿਰ ਕਰਦਾ ਮੈਨੂੰ, ਕਹਿੰਦਾ ਗਾਂ ਜਿਉਂਦੀ ਕਰ ਮਰੀ ਹੋਈ। ਮੈਂ ਕਿਵੇਂ ਕਰ ਸਕਦਾ? ਹਾਂ, ਜੇ ਰਾਮ ਜੀ ਚਾਹੇ ਤਾਂ ਹੋ ਸਕਦਾ, ਔਰ ਹੋਇਆ। तो करामात दुनियावी तौर पर करनी, सिद्धियां दे तौर पर करनी, ये बिल्कुल खंडित है गुरबाणी च, कोई मानता नहीं है दी। ये दूजा रास्ता है। बिल्कुल छोटा करके अपने आप ਨੂੰ ਐਟੋਮਿਕ ਰੂਪ 'ਚ ਖੰਡਾਂ ਬ੍ਰਹਿਮੰਡਾਂ 'ਚ ਘੁੰਮੇ ਆਉਣਾ, ਹੌਲਾ ਕਰ ਲੈਣਾ, ਭਾਰੀ ਕਰ ਲੈਣਾ, ਆਪਣੇ ਆਪ ਨੂੰ ਗਰਮਾ, ਇਹ ਸਿੱਧੀਆਂ ਸਾਰੀਆਂ। ਸੰਸਾਰ ਇਹਨਾਂ ਤੋਂ ਪ੍ਰਭਾਵਿਤ ਹੁੰਦਾ, ਹੋਇਆ ਹੈ, ਪਹਿਲਾਂ ਵੀ ਹੋਇਆ, ਹੁਣ ਵੀ ਹੋ ਰਿਹਾ। ਪਰ ਅਸਲ ਵਿੱਚ ਇਹ ਸਾਰਾ ਹੀ ਛਲਾਵਾ ਹੈ। ਹਨੇਰੇ ਦੇ ਵਿੱਚ ਰੱਸੀ ਸੱਪ ਲੱਗਦੀ ਹੈ, ਰਾਜ ਭਯੰਗਮ ਪ੍ਰਸੰਗ ਜੈਸੇ ਹੈ, ਅਬ ਕਿਛ ਮਰਮ ਜਨਾਇਆ। ਇਹ ਰੱਸੀ ਪਈ ਹਨੇਰੇ ਦੇ ਵਿੱਚ ਸੱਪ ਲੱਗਦੀ ਹੈ, ਜਦੋਂ ਚਾਨਣਾ ਹੋ ਗਿਆ ਤਾਂ ਪਤਾ ਲੱਗ ਜਾਣਾ ਵੀ ਤਾਂ ਰੱਸੀ ਹੈ, ਸੱਪ ਨਹੀਂ ਹੈ, ਇਲਿਊਜ਼ਨ ਹੈ। ਸਾਨੂੰ ਸੰਸਾਰੀ ਬੁੱਧੀ ਨੂੰ ਇਹ ਇਲਿਊਜ਼ਨ ਹੈਗਾ ਹੈ, ਜਿਹੜੀ ਅਸਲੀਅਤ ਹੈ ਉਹ ਨਹੀਂ ਨਜ਼ਰ ਆਉਂਦੀ। ਸਾਨੂੰ ਸੰਸਾਰ ਵੀ ਸੱਚਾ ਲੱਗਦਾ ਹੈ, ਇਹ ਨਾਸ਼ਵਾਨ ਹੈ, ਇਹ ਨਹੀਂ ਰਹਿਣਾ ਕੋਈ ਨਹੀਂ ਹੈ। ਪਰ ਇਹ ਸਮਝ ਕਦੋਂ ਆਊਗੀ? ਜਦੋਂ ਗੁਰੂ ਪ੍ਰਕਾਸ਼ ਕਰੂਗਾ। ਗੁਰੂ ਦੇ ਪ੍ਰਕਾਸ਼ 'ਚ, ਸ਼ਬਦ ਦੇ ਪ੍ਰਕਾਸ਼ ਵਿੱਚ ਇਹਨਾਂ ਚੀਜ਼ਾਂ ਦੀ ਸਮਝ ਆਊਗੀ ਵੀ ਦੂਜਾ ਕਿਆ ਹੈ ਤੇ ਏਕਾ ਕਿਆ ਹੈ। ਤੋ ਸਾਰੀ ਬਾਣੀ ਸਾਧ ਸੰਗਤ ਜੀ ਉਹ ਏਕੇ ਨਾਲ ਜੋੜਦੀ ਹੈ। ਗੁਰਮੁਖਾਂ ਦਾ ਕੰਸੈਪਟ ਗੁਰਬਾਣੀ 'ਚ ਹੈ, ਨਾਮ ਦਾ ਕੰਸੈਪਟ ਗੁਰਬਾਣੀ 'ਚ ਹੈ, ਹਉਮੈ ਟੁੱਟਣ ਦਾ ਜਿਹੜਾ ਕੰਸੈਪਟ ਹੈ ਜਾਂ ਪਰਸੈਪਸ਼ਨ ਹੈ, ਉਹ ਸਿਰਫ ਗੁਰਬਾਣੀ ਵਿੱਚ ਬਹੁਤ ਵਿਵਿਡਲੀ ਹੈ ਹੋਰ ਜਗ੍ਹਾ ਵੀ, ਪਰ ਵਿਵਿਡਲੀ ਬਹੁਤ ਚੰਗੀ ਤਰ੍ਹਾਂ ਖੋਲ੍ਹ ਕੇ ਹਰ ਸ਼ਬਦ ਵਿੱਚ ਲਗਭਗ ਇਹ ਗੁਰਬਾਣੀ 'ਚ।
ਗੁਰਮਤਿ ਦੇ ਮਾਰਗ 'ਤੇ ਹੈ। ਬਾਕੀ ਜਿੰਨੇ ਵੀ ਰਸਤੇ हैं ਦੁਨੀਆ ਦੇ ਉਹਨਾਂ 'ਚ ਹੈ ਸਹੀ ਜ਼ਰੂਰ, ਪਰ ਉਸ ਤਰ੍ਹਾਂ ਨਹੀਂ ਹੈ ਜਿਵੇਂ ਗੁਰਮਤਿ ਨੇ ਜ਼ੋਰ ਦਿੱਤਾ ਇਹਨਾਂ ਚੀਜ਼ਾਂ 'ਤੇ। ਸਮਾਪਤੀ ਕਰਨ ਤੋਂ ਪਹਿਲਾਂ ਇੱਕ ਪਹਿਲਾਂ ਵੀ ਉਹ ਵਿਚਾਰ ਹੋਈ ਹੈ, ਫਿਰ ਦਾਸ ਸਾਹਿਬ ਜੀ ਨਾਲ ਸਾਂਝੀ ਕਰਦਾ ਹੈ। ਲਾਇਡ ਟਾਇਨਬੀ ਇੱਕ ਇਤਿਹਾਸਕਾਰ ਹੈ, ਧਾਰਮਿਕ ਬੰਦਾ ਵੀ ਹੈ। ਉਹਨੂੰ ਕਿਹਾ ਗਿਆ UN ਵੱਲੋਂ, ਵਰਲਡ ਬਾਡੀ ਵੱਲੋਂ, ਵੀ ਤੁਸੀਂ ਜੀ ਸਾਰੇ ਧਰਮਾਂ ਦਾ ਅਧਿਐਨ ਕਰਕੇ ਇੱਕ ਪੁਸਤਕ ਲਿਖੋ। ਉਹਨੇ ਲਿਖੀ। ਕਿਸੇ ਨੇ ਪੁੱਛ ਲਿਆ ਬਈ ਜੀ ਸਭ ਤੋਂ ਪਵਿੱਤਰ ਧਰਮ ਕਿਹੜਾ ਹੈ, ਜਾਂ ਸਭ ਤੋਂ ਪਵਿੱਤਰ ਗ੍ਰੰਥ ਕਿਹੜਾ ਹੈ ਦੁਨੀਆ ਦੇ ਵਿੱਚ। ਉਹਦਾ ਜਵਾਬ ਇਹ ਸੀਗਾ ਵੀ ਐਵਰੀ ਰਿਲੀਜੀਅਸ ਬੁੱਕ ਕੰਟੇਨਸ ਟਰੂਥ। ਹਰ ਇੱਕ ਧਾਰਮਿਕ ਪੁਸਤਕ ਦੇ ਵਿੱਚ ਸੱਚ ਹੈ, ਬਟ ਗੁਰੂ ਗ੍ਰੰਥ ਕੰਟੇਨਸ ਫੁੱਲਨੈਸ ਆਫ ਟਰੂਥ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫੁੱਲਨੈਸ ਆਫ ਟਰੂਥ ਹੈ, ਸਮੁੱਚਾ ਸੱਚ ਹੈ। ਇਹਨਾਂ ਗੱਲਾਂ 'ਚ ਬੜੇ ਭੇਦ ਹੈ, ਇੱਕ ਸੱਚ ਹੈ, ਇੱਕ ਸਮੁੱਚਾ ਸੱਚ। ਫਿਰ ਕਿਸੇ ਨੇ ਪੁੱਛ ਲਿਆ ਵੀ ਐਂ ਦੱਸੋ ਜੀ ਵੀ ਤੁਸੀਂ ਪੁਸਤਕ ਲਿਖੀ ਹੈ, ਧਾਰਮਿਕ ਅਧਿਐਨ ਕਰਿਆ ਸਾਰੇ ਧਰਮਾਂ ਦਾ, ਵੀ ਸਭ ਤੋਂ ਚੰਗਾ ਬੰਦਾ ਤੁਹਾਨੂੰ ਕਿਹੜੇ ਧਰਮ ਦਾ ਲੱਗਿਆ। ਦੇਖੋ ਜਵਾਬ, ਕਿਆ ਕਲਪਨਾ ਹੈ ਉਸ ਇਤਿਹਾਸਕਾਰ ਦੀ, ਟਾਇਨਬੀ ਦੀ। ਕਹਿੰਦਾ ਉਹ ਸਿੱਖ ਜਿਹਨੇ ਕੇਸ ਨਾ ਕਤਲੇ ਹੋਵੇ, ਜਿਹਦੀ ਦਾੜੀ ਪ੍ਰਕਾਸ਼ ਹੋਵੇ, ਉਹ ਸਭ ਤੋਂ ਵਧੀਆ ਲੱਗਦਾ ਮੈਨੂੰ। ਤੇ ਅਗਲਾ ਸਵਾਲ ਉਹਨੇ ਫੇਰ ਕਰ ਦਿੱਤਾ ਵੀ ਸਭ ਤੋਂ ਕੋਝਾ ਮਨੁੱਖ ਕਿਹੜਾ। ਕਹਿੰਦਾ ਉਹ ਸਿੱਖ ਜਿਹਨੇ ਦਾੜੀ ਕਤਰੀ ਵੀ ਹੋਵੇ, ਕੇਸ ਕਤਲ ਕਰੇ ਵੀ ਹੋਵੇ। ਇਹ ਗੱਲ ਛੋਟੀ ਨਹੀਂ ਹੈ, ਗੱਲ ਬਹੁਤ ਵੱਡੀ ਹੈ, ਕਿਉਂਕਿ ਕੇਸਾਂ ਦਾ ਜਿਹੜਾ ਸਰੂਪ ਹੈ ਉਹ ਪਰਮਾਤਮਾ ਹੀ ਹੈ। ਪਰਮਾਤਮਾ ਦਾ ਜਿਹੜਾ ਕਲਪਨਾ ਕਰੀ ਜਾਂਦੀ ਹੈ ਸਰਗੁਣ ਰੂਪ 'ਚ, ਉਹ ਕੇਸਾਂ ਵਾਲੀ ਹੈ, ਤਾਂ ਹੀ ਉਹਨੂੰ ਕੇਸਵ ਕਿਹਾ ਜਾਂਦਾ ਹੈ। ਕ੍ਰਿਸ਼ਨ ਜੀ ਵੀ ਗੁੱਟਾ ਰੱਖਦੇ ਸੀਗੇ ਸਿਰ ਪਰ, ਰਾਮ ਚੰਦਰ ਜੀ ਦੇ ਵੀ ਸੀਗਾ, ਮੁਹੰਮਦ ਵੀ ਰੱਖਦੇ ਸੀ, ਪਗੜੀ ਬੰਨ੍ਹਦੇ ਸੀ ਚਿੱਟੇ ਰੰਗ ਦੀ। ਤੋ ਕੇਸਾਂ ਦੀ ਆਪਣੀ ਮਹਾਨਤਾ, ਇਹ ਰੱਬੀ ਹੁਕਮ ਹੈ, ਇਹ ਉਹਨੇ ਲਾਇਆ ਹੋਇਆ। ਇਹਨੂੰ ਭੰਗ ਕਰਨਾ ਸਗੋਂ ਕੁਦਰਤ ਦੇ ਉਲਟ ਗੱਲ ਹੈ। ਕੋਈ ਇਹ ਸਵਾਲ ਕਰੇ ਸਿੱਖ ਨੂੰ ਵੀ ਤੁਸੀਂ ਕੇਸ ਕਿਉਂ ਰੱਖਦੇ, ਸਵਾਲ ਇਹ ਕਰਨਾ ਬਣਦਾ ਵੀ ਤੁਸੀਂ ਰੱਬ ਦੇ ਹੁਕਮ ਨੂੰ ਤੁਸੀਂ ਕਿਉਂ ਕਤਲ ਕਰਦੇ, ਕੇਸਾਂ ਨੂੰ ਕੱਟਦੇ ਕਿਉਂ ਹੈ। ਪਹਿਲਾਂ ਹੁੰਦਾ ਹੀ ਨਹੀਂ ਸੀ ਇਸ ਤਰ੍ਹਾਂ ਦਾ। ਗੁਰਬਾਣੀ ਵਿੱਚ ਵੀ ਉਸ ਤੋਂ ਪਹਿਲੀਆਂ ਜਿਹੜੀਆਂ ਲਿਖਤਾਂ ਆਉਂਦੀਆਂ, ਇਤਿਹਾਸਕ ਵੀ ਜਾਂ ਧਾਰਮਿਕ ਵੀ, ਉਹਨਾਂ ਸਭ ਦੇ ਵਿੱਚ ਕੇਸਾਂ ਦਾ ਜ਼ਿਕਰ ਆਉਂਦਾ। ਤੋ ਜਿਹੜੇ ਕੇਸ ਹੈ ਪੰਡਿਤ ਵੀ ਰੱਖਦਾ ਹੁੰਦਾ ਸੀ। ਪੰਡਿਤ ਨੂੰ ਸਜ਼ਾ, ਜੇ ਕੋਈ ਬਹੁਤ ਬਲੰਡਰ ਉਹਨੇ ਕਰ ਲਿਆ, ਕੋਈ ਵੱਜਰ ਗੁਨਾਹ ਕਰ ਲਿਆ, ਤਾਂ ਉਹਨੂੰ ਸਜ਼ਾ ਇਹ ਹੁੰਦੀ ਸੀ ਵੀ ਉਹਦੇ ਕੇਸ ਕੱਟ ਕੇ ਉਹਨੂੰ ਛੱਡ ਦਿੱਤਾ ਜਾਂਦਾ ਸੀ ਵੀ ਜਾਂ ਤੈਨੂੰ ਇਹੀ ਸਜ਼ਾ। ਦੇਖੋ ਹੁਣ ਉਲਟਾ ਹੋ ਗਿਆ, ਹੁਣ ਅਸੀਂ ਨਾਈਆਂ ਦੀਆਂ ਦੁਕਾਨਾਂ ਵਿੱਚ ਆਪ ਜਾਂਦੇ, ਸਿੱਖ ਵੀ ਜਾਂਦੇ ਹਾਂ, ਵੀ ਜੀ ਆ ਮੇਰੇ ਚੰਗੀ ਤਰ੍ਹਾਂ ਖੱਤ ਜਿਹਾ ਬਣਾ ਦੇ। ਸਿਰ ਦੇ ਉੱਪਰ ਕਿਸ਼ਤੀਆਂ ਬਣਾਈ ਫਿਰਦੇ ਸਿੱਖ ਮੁੰਡੇ। ਹਾਲਾਤ ਦੀ ਟ੍ਰੈਜਡੀ ਹੈ ਅੱਜ ਕੱਲ੍ਹ ਦੀ। ਪੱਛਮ ਦਾ ਅਸਰ ਹੁੰਦਾ ਹੁੰਦਾ ਇੱਧਰ ਵੀ ਆ ਗਿਆ। ਸੋ ਸਾਧ ਸੰਗਤ ਜੀਓ, ਸਮਾਪਤੀ ਕਰੀਏ। ਕੋਈ ਅਪਸ਼ਬਦ ਹੁੰਦਾ ਨਿਕਲ ਜਾਂਦਾ, ਉਹਦੀ ਆਪ ਜੀ ਖਿਮਾ ਦਿਓ ਜ਼ਰੂਰ। ਗੁਰੂ ਸਾਹਿਬ ਹਮੇਸ਼ਾ ਹੀ ਬਖਸ਼ੰਦ ਹੈ, ਔਰ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਬਹੁਤ ਕਿਰਪਾ ਕਰੀ, ਬਹੁਤ ਡਿਟੇਲ ਦੇ ਵਿੱਚ ਗੁਰਬਾਣੀ ਦਾ ਵਿਚਾਰ ਰੱਖਿਆ ਸਾਹਮਣੇ। ਕੋਈ ਇਤਰਾਜ਼ ਨਹੀਂ ਹੈ, ਬਿਲਕੁਲ ਸਹੀ ਬਾਤ ਹੈ ਵੀ ਨਾਮ ਹੀ ਸਭ ਤੋਂ ਉੱਪਰ ਹੈ, ਗੁਰੂ ਤੋਂ ਮਿਲਦਾ ਹੈ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈ। ਉਹ ਜਿਹੜੀ ਬਾਤ ਵੇਦਾਂ ਦੇ ਸੰਬੰਧ ਵਿੱਚ ਆਈ ਹੈ, ਉਹ ਜੋ ਤੁਸੀਂ ਕਹਿ ਰਹੇ ਹੋ ਨਾ, ਉਸ ਤੋਂ ਵੀ ਅਗਲੀ ਗੱਲ ਹੈ ਉਹ। ਕਿਉਂਕਿ ਜਿੰਨਾ ਚਿਰ ਆਪਾਂ ਇਹਨਾਂ ਨੂੰ ਉਪਨਿਸ਼ਦਾਂ ਦੀ ਸਟੱਡੀ ਨਾ ਕਰੀਏ, ਇਹ ਚੀਜ਼ ਦੀ ਸਮਝ ਆਉਣੀ ਔਖੀ ਹੈ। ਅੱਜ ਤੋਂ ਕੁਛ ਸਾਲ ਪਹਿਲਾਂ ਦਾਸਰਾ ਵੀ ਇਸੇ ਤਰ੍ਹਾਂ ਬਿਲਕੁਲ ਵਿਚਾਰ ਕਰਦਾ ਸੀਗਾ, ਪਰ ਜਦੋਂ ਫਿਰ ਕਿਸੇ ਬੰਦੇ ਦੇ ਨਾਲ ਮਿਲਾਪ ਹੋ ਗਿਆ, ਕਿਸੇ ਮਹਾਂਪੁਰਸ਼ ਨਾਲ, ਉਹਨੇ ਫਿਰ ਇਹ ਬਾਤਾਂ ਸਮਝਾਈਆਂ ਹੌਲੀ ਹੌਲੀ, ਫਿਰ ਮਨ 'ਚ ਆਈ ਗੱਲ। ਫਿਰ ਸਟੱਡੀ ਵੀ ਕਰੀ ਇਹਨਾਂ ਦੀ, ਉਪਨਿਸ਼ਦਾਂ ਦੀ। ਹੁਣ ਦੇਖੋ ਇਹ ਮੁੰਡਕਾ ਉਪਨਿਸ਼ਦ ਵਿੱਚ ਹੀ ਇਹ ਗੱਲ ਵਿਦਵਾਨ ਹੈ ਬਈ ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕਿਛ ਮਰਮ ਜਨਾਇਆ। ਇਹ ਗੁਰਬਾਣੀ ਦੀ ਤੁਕ ਹੈ। ਰਾਜ ਰੱਸੀ, ਭਯੰਗ ਸੱਪ। ਇਹ ਪ੍ਰਸੰਗ ਗੁਰਬਾਣੀ ਵਿੱਚ ਵੀ ਹੈ ਅਤੇ ਇਹ ਮੁੰਡਕਾ ਵਿੱਚ ਵੀ ਹੈ। ਮੁੰਡਕਾ ਕਿਉਂਕਿ ਪਹਿਲਾਂ ਲਿਖੀ ਗਈ ਹੈ, ਸਦੀਆਂ ਪਹਿਲਾਂ। ਗੁਰਬਾਣੀ
500-700 ਸਾਲ ਪੁਰਾਣੀ ਹੈ। ਅਤੇ ਉਪਨਿਸ਼ਦ ਜਿਹੜੇ ਉਹ ਬਹੁਤ ਜ਼ਿਆਦਾ ਪੁਰਾਣੇ ਮੁੱਢਲੇ ਗ੍ਰੰਥ ਹੈ। ਉੱਥੇ ਇਹ ਚੀਜ਼ ਆਈ ਹੋਈ ਹੈ। ਤੋ ਜਿਹੜੀ ਚੀਜ਼ ਗੁਰਬਾਣੀ 'ਚ ਆਈ ਹੈ, ਜੇ ਉਹ ਕਿਤੇ ਪਹਿਲਾਂ ਵੀ ਆਈ ਹੋਈ ਹੈ ਤਾਂ ਉਹਦਾ ਆਪਾਂ ਖੰਡਨ ਨਹੀਂ ਕਰ ਸਕਦੇ, ਕਿਉਂਕਿ ਇਸੀ ਕਰਕੇ ਤਾਂ ਗੁਰੂ ਪਾਤਸ਼ਾਹ ਦੀ ਇਹ ਵਡਿਆਈ ਉਹਨਾਂ ਨੂੰ ਜਾਂਦੀ ਹੈ ਵੀ ਉਹਨਾਂ ਨੇ ਜੋ ਗੱਲ ਗਲਤ ਹੈ ਉਸੇ ਨੂੰ ਗਲਤ ਕਿਹਾ, ਜੋ ਸਹੀ ਹੈ ਉਹਨੂੰ ਸਹੀ ਕਿਹਾ। ਕਬੀਰ ਜੀ ਦਾ ਇਹ ਕਹਿਣਾ ਵੀ ਵੇਦਕ ਦੇਵ ਕਹੋ ਮਤ ਝੂਠੇ, ਝੂਠੇ ਇਸ ਲਹਿਜੇ 'ਚ ਨਹੀਂ ਹੈ ਉਹ ਵੀ ਅਸੀਂ ਉਹਨਾਂ ਨੂੰ ਖੰਡਨ ਕਰੀਏ। ਝੂਠੇ ਇਸ ਕਰਕੇ ਹੈ ਵੀ ਜਿਹੜੇ ਚਾਰੇ ਵੇਦ ਹੈ ਉਹਨਾਂ ਦੇ ਵਿੱਚ ਰੱਬ ਦੀ ਗੱਲ ਨਹੀਂ ਹੈ। ਤੋ ਜਿੱਥੇ ਰੱਬ ਦੀ ਗੱਲ ਨਹੀਂ ਹੈ, ਬ੍ਰਹਮ ਦੀ ਗੱਲ ਨਹੀਂ ਹੈ, ਉਹ ਬੰਦਾ ਉਹ ਸੱਚ ਨਹੀਂ ਹੋ ਸਕਦਾ। ਉਹ ਬਿਨਸਣਹਾਰ ਹੈ ਚੀਜ਼, ਉਹ ਨਸ਼ਵਰ ਹੈ। ਜਿਹੜੀ ਗੱਲ ਪਰਮਾਤਮਈ ਹੈ ਉਹ ਰਹਿਣ ਵਾਲੀ ਹੈ। ਤੋ ਇਹ ਗੱਲ ਬਹੁਤ ਸੁਭਾਵਿਕ ਹੈ ਵੀ ਜਿਹੜੇ ਗੁਰਬਾਣੀ ਦੇ ਵਿੱਚ 15-20-30 ਕਨਸੈਪਟ ਆਉਂਦੇ ਆ, ਉਹ ਜੇ ਪਹਿਲਾਂ ਵੀ ਕਿਤੇ ਲਿਖੇ ਹੋਏ ਹੈਗੇ ਹੈ, ਉਸੇ ਕਰਕੇ ਹੀ ਉਹ ਸੰਦਰਭ ਆ ਰਿਹਾ ਵੀ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਹੀਂ। ਕਿਉਂਕਿ ਇਹ ਜਿਹੜਾ ਮੁੰਡਕਾ ਉਪਨਿਸ਼ਦ ਹੈ ਇਹਦੇ ਵਿੱਚ ਇਹ ਗੱਲ ਆਈ ਹੋਈ ਹੈ ਪਹਿਲਾਂ ਹੀ। ਫਿਰ ਆਪਾਂ ਉਹਨੂੰ ਕਿਵੇਂ ਲਈਏ, ਤੁਸੀਂ ਵਿਚਾਰ ਕੇ ਦੱਸਿਓ ਇਸ ਗੱਲ ਨੂੰ। ਨੰਬਰ 2, ਇੱਕ ਆਇਤਰੀਆ ਉਪਨਿਸ਼ਦ ਹੈ ਜਿਹੜਾ ਕਿ ਰਿਗਵੇਦ ਨਾਲ ਜੁੜਿਆ ਹੋਇਆ ਹੈ। ਪਹਿਲਾ ਜਿਹੜਾ ਵੇਦ ਹੈ ਉਸਦਾ ਮੋਟੋ ਇਹ ਹੈ ਪ੍ਰਜਾਨਮ ਬ੍ਰਹਮਾ, ਮੋਟਾ ਉਪਦੇਸ਼ ਪ੍ਰਜਾਨਮ ਬ੍ਰਹਮਾ, ਜਿਹਦਾ ਮਤਲਬ ਇਹ ਹੈ ਵੀ ਗਿਆਨ ਵਿਵੇਕ ਹੀ ਬ੍ਰਹਮ ਹੈ। ਜਿਹੜੀ ਬਾਤ ਕਬੀਰ ਜੀ ਪਾ ਰਹੇ, ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਉ ਵਿਵੇਕੋ, ਇਹ ਆਇਤਰੀਆ ਉਪਨਿਸ਼ਦ ਵਿੱਚ ਹੈ ਬਾਤ ਪ੍ਰਜਾਨਮ ਬ੍ਰਹਮਾ। ਔਰ ਗੁਰਬਾਣੀ 'ਚ ਅੱਗੇ ਚੱਲ ਕੇ ਭਗਤ ਪੀਪਾ ਜੀ ਨੇ ਵੀ ਇਹ ਗੱਲ ਦੁਹਰਾਈ ਹੈ, ਫਰਮਾਈ ਹੈ, ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ। ਜੋ ਬਾਹਰ ਹੈ ਉਹ ਸਰੀਰ ਵਿੱਚ ਵੀ ਹੈ। ਮਾਈਕ੍ਰੋਕੋਸਮ ਆਫ ਯੂਨੀਵਰਸ ਇਜ਼ ਵਿਦਇਨ ਦਾ ਮਾਈਕ੍ਰੋਕੋਸਮ ਆਫ ਦਾ ਬੋਡੀ। ਮਾਈਕ੍ਰੋਕੋਸਮ ਬੜਾ ਰੂਪ, ਮਾਈਕ੍ਰੋਕੋਸਮ ਛੋਟਾ ਰੂਪ। ਜੋ ਬਾਹਰ ਬ੍ਰਹਿਮੰਡ ਵਿੱਚ ਹੈ ਉਹ ਸਾਡੇ ਅੰਦਰ ਵੀ ਹੈ। ਤੋ ਜਿਹੜਾ ਪਰਮਾਤਮਾ ਬਾਹਰ ਫੈਲਿਆ ਹੋਇਆ ਹੈ ਸਾਰੇ ਵਿਰਾਟ ਰੂਪ ਕਰਕੇ, ਉਹ ਸਾਡੇ ਅੰਦਰ ਵਿੱਚ ਅੰਦਰ ਵੀ ਹੈ, ਭਾਵੇਂ ਰੂਪ ਉਹਦਾ ਮਿਨੀ ਹੈ। ਤੋ ਇਹ ਬਾਤ ਇਸੇ ਉਪਨਿਸ਼ਦ ਵਿੱਚ ਆਇਤਰੀਆ 'ਚ ਅੱਗੇ ਚੱਲ ਕੇ ਵੀ ਆਉਂਦੀ ਹੈ ਬਈ ਜਿਹੜੀ ਗੁਰਬਾਣੀ 'ਚ ਫਰਮਾਨ ਹੈ, ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਆਤਮ ਨੂੰ ਜਿਹਨੇ ਪਛਾਣ ਲਿਆ ਪਰਮਾਤਮ ਬਣ ਜਾਂਦਾ ਹੈ। ਆਤਮਾ ਨੂੰ ਪਛਾਣਨ ਦੀ ਗੱਲ ਆਇਤਰੀਆ ਉਪਨਿਸ਼ਦ ਵਿੱਚ ਆਉਂਦੀ ਹੈ। ਸੋ ਕੋਸ਼ਿਸ਼ ਕਰਿਓ, ਵੈਸੇ ਤਾਂ ਮੁਸ਼ਕਿਲ ਹੈ ਕਿਉਂਕਿ ਇਹ ਵੀ ਜਿਹੜੇ ਆਪਣੇ ਉਪਨਿਸ਼ਦ ਹੈ ਇਹਨਾਂ ਦੀ ਵਿਚਾਰ ਵੀ ਕਾਫੀ ਮੁਸ਼ਕਿਲ ਹੈ। ਦਾਸਰੇ ਨੂੰ ਵੀ ਬਹੁਤ ਜ਼ਿਆਦਾ ਤਰੱਦਦ ਕਰਨਾ ਪਿਆ। ਜਿਹੜੀ ਬੁੱਕ ਦਾਸਰੇ ਨੇ ਲਿਖੀ ਹੈ ਨਾ ਬਿਖਮ ਮਾਰਗ, ਜਿਹਦਾ PDF ਵੀ ਪਾਇਆ ਹੋਇਆ ਹੈ ਰਵੀ ਜੀ ਨੇ, ਉਹਦੇ ਵਿੱਚ ਇਹ ਇੱਕ ਲੇਖ ਹੈ। ਇਹਦੇ 'ਚ ਮੋਟੇ ਤੌਰ 'ਤੇ ਉਪਨਿਸ਼ਦਾਂ ਦੀ ਜਿਹੜਾ ਉਹਨਾਂ ਦੇ ਵਿੱਚ ਗਿਆਨ ਗੁਰਬਾਣੀ ਨਾਲ ਮਿਲਦਾ ਜੁਲਦਾ ਹੈ ਉਹਦੀ ਵਿਆਖਿਆ ਕਰੀ ਹੋਈ ਹੈ। ਕੁਛ ਦੇਖਿਓ ਉੱਥੋਂ ਪੜ੍ਹ ਕੇ, ਜੇ ਥੋੜ੍ਹਾ ਬਹੁਤ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹ ਅੱਗੇ ਵੱਧ ਜਾਏਗੀ। ਬਿਲਕੁਲ ਠੀਕ ਹੈ, ਉਹ ਗੱਲ ਗਲਤ ਨਹੀਂ ਹੈ। ਗੁਰਬਾਣੀ ਦੀ ਬਾਤ ਹੈ ਵੀ ਨਾਮ ਤੋਂ ਬਿਨਾਂ ਤਾਂ ਕੁਛ ਮਿਲਣਾ ਹੀ ਨਹੀਂ ਹੈ। ਅਤੇ ਉਹੀ ਨਾਮ ਦੀ ਵਿਆਖਿਆ ਜਿਹੜੀ ਗੁਰਬਾਣੀ 'ਚ ਆ ਰਹੀ ਹੈ, ਜੇ ਉਹ ਉਸ ਤੋਂ ਪਹਿਲੇ ਕਿਸੇ ਗ੍ਰੰਥ ਵਿੱਚ ਥੋੜ੍ਹੀ ਬਹੁਤ ਵੀ ਹੋਈ, ਟੂਕ ਮਾਤਰ ਵੀ ਹੋਈ, ਇਸੇ ਕਰਕੇ ਉਹਨਾਂ ਨੂੰ ਵੇਦਾਂ ਮੈਂ ਨਾਮ ਉੱਤਮ ਦੀ ਬਾਤ ਆ ਰਹੀ। ਚਲੋ ਰਹੋ ਵਿਚਾਰ, ਅੱਗੇ ਚੱਲੀਏ। ਅੱਜ ਦੀ ਜਿਹੜੀ ਵਿਚਾਰ ਹੈ ਲੜੀਵਾਰ, ਹੁਣ ਦਾਸਰਾ ਉਹਨੂੰ ਸ਼ੁਰੂ ਕਰਨ ਜਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।